ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 1103 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ। ਇਹਦੇ ਵਿੱਚ ਕਬੀਰ ਜੀ ਜਿਹੜੇ ਹੈਗੇ ਉਹਨਾਂ ਦਾ ਤੀਸਰਾ ਸ਼ਬਦ ਲੈ ਰਹੇ ਹਾਂ। ਔਰ ਇਸ ਤੋਂ ਪਹਿਲਾਂ ਕਬੀਰ ਜੀ ਨੇ 2 ਸ਼ਬਦ ਇਸ ਲੜੀ ਦੇ ਦਿੱਤੇ ਸੀਗੇ। ਪਹਿਲਾ ਸ਼ਬਦ ਸੀਗਾ ਬਈ ਕਿਹੜੀ ਕੁਮਤ ਕਰ ਰਹੇ ਹਾਂ ਆਪਾਂ। ਇਹ ਪੰਡਤ ਹੈ ਗਿਆਨੀ, ਤੂੰ ਕੀ ਕਰ ਰਿਹਾ ਦੁਨੀਆ ਦੇ ਵਿੱਚ ਆਇਆ ਅਤੇ ਤੂੰ ਕੀ ਕਰ ਕੀ ਰਿਹਾ ਹੈ। ਤੂੰ ਲੋਕਾਂ ਨੂੰ ਉਪਦੇਸ਼ ਕਰ ਰਿਹਾ, ਬਾਣੀ ਵੇਚ ਰਿਹਾ ਹੈ, ਕਰ ਕੀ ਰਿਹਾ ਤੂੰ। ਇਹ ਗਿਆਨ ਦਾ ਸੌਦਾ, ਗਿਆਨ ਦੀ ਕਮਾਈ ਕਰ ਰਿਹਾ ਹੈ, ਤੂੰ ਗਿਆਨ ਤੋਂ ਕਮਾਈ ਲੈ ਰਿਹਾ ਹੈ। ਇਹ ਤੇਰਾ ਗਿਆਨ ਹੈ ਪਿਆਰਿਆ। ਫਿਰ ਜਿਹੜਾ ਹੈਗਾ ਉਸ ਤੋਂ ਬਾਅਦ ਅਗਲੇ ਉਹਦੇ ਵਿੱਚ ਕਬੀਰ ਜੀ ਦੱਸਦੇ ਆ ਵੀ ਦੇਖ, ਜਿੱਥੇ ਵੀ ਜਾਏਗਾ ਨਾਲ ਜਿਹੜੇ ਤੇਰੇ 5 ਚੰਡਾਲ ਨਾਲ ਹੀ ਜਾਣਗੇ ਤੇਰੇ। ਤੂੰ ਭਾਵੇਂ ਜਿਹੜਾ ਹੈਗਾ ਪਹਾੜ 'ਤੇ ਚੜ੍ਹ ਜਾ, ਭਾਵੇਂ ਕਿਸੇ ਸਰਾਂ ਦੇ ਵਿੱਚ ਚਲੇ ਜਾ, ਭਾਵੇਂ ਕਿਤੇ ਹੋਰ ਕਿਤੇ ਜਿਹੜਾ ਹੈ ਦਰਿਆ ਦੇ ਕੰਢੇ 'ਤੇ ਚਲੇ ਜਾ, ਜਿੱਥੇ ਮਰਜ਼ੀ ਚਲੇ ਜਾ, 5 ਤੇਰੇ ਨਾਲ ਜਾਣੇ। ਇਹ ਜਿਹੜੀ ਗਾਰਬੇਜ ਹੈਗੀ ਅੰਦਰ, ਜਿਹੜੀ ਤੇਰੇ ਜਿਹੜੇ ਹੈਗੇ ਆ, ਤੇਰੇ ਜਿਹੜੇ ਹੈਗੇ ਅੰਦਰ, ਤੇਰੇ ਜਿਹੜੇ ਹੈਗੀ ਮੈਲ ਲੱਗੀ ਹੋਈ ਆ, ਤੇਰੇ ਨਾਲ ਹੀ ਨਾਲ ਜਾਣੀ ਹੈ ਜਿੱਥੇ ਵੀ ਜਾਏਗਾ। ਇਹ ਮੈਲ ਨੂੰ ਜਦ ਤੱਕ ਨਾਮ ਵਾਲਾ ਝਾੜੂ ਨਹੀਂ ਲਗਾਉਂਦਾ ਪਿਆਰਿਆ, ਤਦ ਤੱਕ ਗੱਲ ਬਣਨੀ ਨਹੀਂ ਹੈਗੀ। ਇਹ ਦੂਸਰਾ ਸ਼ਬਦ ਸੀਗਾ ਕਬੀਰ ਜੀ ਦਾ। ਹੁਣ ਤੀਸਰਾ ਸ਼ਬਦ ਹੈ ਕਬੀਰ ਜੀ ਦਾ। ਉਹ ਕਹਿੰਦੇ ਆ ਇਹ ਨਕਲੀ ਜਿਹੜੇ ਬਣੇ ਹੋਏ ਆ, ਸੋ ਕਾਲਡ ਮਹਾਂਪੁਰਖ ਬਣੇ ਹੋਏ ਆ। ਕਹਿੰਦੇ ਜੀ ਸਾਡੇ ਤਾਂ ਮਹਾਂਪੁਰਖ ਜਿਹਦੇ ਸਿਰ 'ਤੇ ਮੱਥੇ 'ਤੇ ਜਿਹਦੇ ਪਿੱਠ 'ਤੇ ਹੱਥ ਰੱਖ ਦਿੰਦੇ ਆ, ਬਸ 10ਮ ਦੁਆਰ ਖੁੱਲ੍ਹ ਜਾਂਦਾ ਉਹਦਾ। ਇਹ ਉਹਨਾਂ ਦੇ ਬਾਰੇ ਆ ਰਿਹਾ ਹੈ ਭਾਈ। ਔਰ ਜਿਹੜੇ ਭੰਮਦੇ ਫਿਰਦੇ ਆ ਜੋਗੀ ਸੰਨਿਆਸੀ, ਔਰ ਜਾ ਕੇ ਕਹਿੰਦੇ ਜੀ, ਬੜੇ ਉਹਨਾਂ ਦੇ ਚੇਲੇ ਚਪਾਟੇ ਹੁੰਦੇ, ਕਹਿੰਦੇ ਜੀ ਸਾਡੇ ਤਾਂ ਜਿਹੜੇ ਹੈ ये तो जोगी जी जो है इनको तो तीनों लोगों के जड़ा ज्ञान हो गया इनको। और महाराज पहली पातशाही कहते हैं कि पिछे ਜਿਹੜੇ ਇਹਦੇ ਗੜਵਾ ਪਿਆ, ਇਹਦਾ ਗੜਵੀ ਜਿਹਦੇ 'ਚ ਲੋਕਾਂ ਤੋਂ ਪੈਸੇ ਮੰਗਦਾ, ਉਹਨੂੰ ਪਿੱਛੇ ਰੱਖਤਾ। ਮਹਾਰਾਜ ਨੇ ਕਹਿੰਦਾ ਕਿ ਦੱਸ ਭਾਈ ਮਿੱਤਰਾ, ਹੁਣ ਤੇਰਾ ਜਿਹੜਾ ਹੈਗਾ ਉਹ ਤੈਨੂੰ 3 ਅੱਖਾਂ ਬੰਦ ਕੀਤੀਆਂ ਹੋਈਆਂ, ਆਂਠ ਛੇਤੀ ਨਾਕ ਪਕੜੇ ਸੂਝ ਤੇ ਤਿੰਨ ਲੋਏ। ਕਹਿੰਦੇ ਹੁਣ ਦੱਸ ਪਿੱਤਰਾ, ਤੇਰਾ ਜਿਹੜਾ ਹੈਗਾ ਉਹ ਜਿਹੜਾ ਤੇਰਾ ਉਹ ਜਿਹੜਾ ਤੇਰੇ ਪੈਸਿਆਂ ਵਾਲਾ ਜਿਹੜਾ ਸੀਗਾ ਲੋਟਾ ਤੇਰਾ, ਉਹ ਕਿੱਧਰ ਗਿਆ ਗੜਵਾ ਤੇਰਾ ਪੈਸਿਆਂ ਵਾਲਾ। ਉਹ ਤਾਂ ਹੈਰਾਨ ਹੋ ਗਿਆ, ਅੱਖਾਂ ਖੋਲ੍ਹੀਆਂ, ਕਹਿੰਦਾ ਕਿੱਥੇ ਲੈ ਗਿਆ, ਕੌਣ ਲੈ ਗਿਆ ਭਾਈ। ਮਗਰ ਪਾਛੇ ਕਛ ਨਾ ਸੂਝੇ ਇਹ ਪਦਮ ਅਲੋ। ਪਹਿਲੀ ਪਾਤਸ਼ਾਹੀ ਕਹਿੰਦੀ ਹੈ ਭਾਈ, ਆ ਸਿੱਧੀਆਂ ਵਾਲੇ 3 ਤ੍ਰਿਲੋਕਾਂ ਦੇ ਦਰਸ਼ਨ ਕਰਾਉਣ ਵਾਲੇ। ਹੁਣ ਕਬੀਰ ਜੀ ਇਹਨਾਂ ਦੇ ਪਿੱਛੇ ਆਪਾਂ ਨੂੰ ਗਿਆਨ ਦੇ ਰਹੇ ਭਾਈ, ਬਈ ਇਹਨਾਂ ਦੇ ਮਗਰ ਨਾ ਲੱਗ ਜਿਓ, ਕਿਤੇ ਜਨਮ ਤੁਹਾਡਾ ਹੈਗਾ, ਬਰਬਾਦ ਕਰ ਲਓਗੇ। ਰਿੱਧ ਸਿੱਧ ਜਾਕੋ ਫੁਰੀ ਤਬ ਕਾਹੂ ਸਿਉ ਕਿਆ ਕਾਜ। ਕਹਿੰਦੇ ਜਿਹੜਾ ਧਿਆਨ ਸਿਮਰਨ ਕਰ ਗਿਆ, ਜਿਹੜਾ ਪਰਮਾਤਮਾ ਦੇ ਨਾਲ ਇੱਕ ਹੋ ਗਿਆ, ਉਹ ਪਿਆਰਿਓ ਉਹਦੇ ਤਾਂ ਇੱਕ ਬੋਲ ਜਿਹੜਾ ਹੈਗਾ ਫੁਰਨੇ ਦੇ ਉੱਤੇ ਜਿਹੜਾ ਹੈਗਾ ਰਿੱਧੀਆਂ ਸਿੱਧੀਆਂ ਮਰਦੀਆਂ ਹੈ ਉਹਦੇ ਫੁਰਨੇ ਦੇ ਉੱਤੇ, ਉਹਦੇ ਇੱਕ ਫੁਰਨੇ ਦੇ ਉੱਤੇ। ਕੋਟ ਲੱਖ ਸਰਬ ਕੋ ਰਾਜਾ ਜਿਸ ਹਿਰਦੇ ਨਾਮ ਤੁਮਾਰਾ। ਉਹ ਤਾਂ ਪਰਮਾਤਮਾ ਦੇ ਨਾਲ ਜੁੜ ਗਿਆ, ਮਾਲਕ ਪਰਮਾਤਮਾ ਦੀ ਗੋਦ 'ਚ ਬੈਠ ਗਿਆ। ਉਹ ਤਾਂ ਜਿਹੜਾ ਉਹਦੇ ਕੋਲ ਕਿਸੇ ਚੀਜ਼ ਦੀ ਕਮੀ ਹੈਗੀ। ਬਾਦਸ਼ਾਹ ਹੈ, ਬਾਦਸ਼ਾਹ ਦੁਨੀਆ ਦਾ ਬਾਦਸ਼ਾਹ ਹੈਗਾ। ਰਿੱਧ ਸਿੱਧ ਜਾ ਕੋ ਫੁਰੀ, ਉਹ ਤਾਂ ਇੱਕ ਫੁਰਨਾ ਹੀ ਆਏ ਤੇ ਉਹਦੇ ਤਾਂ ਉਹਨੂੰ ਤਾਂ ਸੋਚ ਹੀ ਉਹਦੀ ਜਿਹੜੀ ਹੈਗੀ ਆ, ਉਹ ਤਾਂ ਮਾਲਕ ਪਰਮਾਤਮਾ ਦਾ ਅੰਸ਼ ਹੈ ਭਾਈ। ਪਰਮਾਤਮਾ ਦੇ ਨਾਲ ਇੱਕ ਮਿਕਿਆ ਸਾਗਰ ਦੇ ਵਿੱਚ ਬੂੰਦ ਹੈਗੀ ਭਾਈ, ਸਾਗਰ ਦੇ ਵਿੱਚ ਹੈਗੀ ਆ। ਤਬ ਕਾਹੂ ਸਿਉ ਕਿਆ ਕਾਜ। ਉਹਨੂੰ ਕਿਸੇ ਦੀ ਮੁਹਤਾਜੀ ਹੈ? ਐਸੇ ਇਨਸਾਨ ਨੂੰ ਕਿਸੇ ਦੀ ਮੁਹਤਾਜੀ ਹੈ? तेरे कहने की गत क्या कहूँ मैं बोलत ही बड़ लाज। हे जोगिया, हे सन्यासिया, हे महापुरखा,
ਤੈਨੂੰ ਮੈਂ ਕੀ ਦੱਸਾਂ ਹੁਣ, तेरी अवस्था ਤੇ ਕੀ ਮੈਂ ਕਮੈਂਟ ਕਰਾਂ। तेरे कहने की गत क्या कहूँ, तू कहना ਮੈਨੂੰ ਰਿੱਧੀਆਂ ਸਿੱਧੀਆਂ ਆ ਗਈਆਂ ਸਾਡੇ ਮਹਾਂਪੁਰਖ ਨੂੰ। ਕਹਿੰਦੇ ਮੈਂ ਕੀ ਕਹਾਂ, ਮੈਨੂੰ ਤਾਂ ਸ਼ਰਮ ਆਉਂਦੀ ਆ। ਮੈਨੂੰ ਇਹਦੇ ਬਾਰੇ ਬੋਲਦੇ ਹੀ ਸ਼ਰਮ ਆਉਂਦੀ। ਮੈਂ ਬੋਲਤ ਹੀ ਵੱਡ ਲਾਜ, ਲੱਜਾ ਆਉਂਦੀ ਹੈ ਮੈਨੂੰ ਵੀ ਇਹਦੇ ਬਾਰੇ ਮੈਂ ਕੀ ਗੱਲ ਕਰਾਂ। ਇਹਦੇ ਬਾਰੇ ਰਾਮ ਜਿਹ ਪਾਇਆ ਰਾਮ ਤੇ ਭਾਵੇਂ ਨਾ ਬਾਰੇ ਬਾਰ, ਜਿਹਨੇ ਪਰਮਾਤਮਾ ਪਾ ਲਿਆ, ਜਿਹਦੇ ਅੰਦਰ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ, ਉਹ ਜਾ ਕੇ ਭੀਖ ਮੰਗਦਾ ਫਿਰੂਗਾ ਲੋਕਾਂ ਦੇ ਘਰ ਅੱਗੇ, ਬਾਰੇ ਬਾਰ ਦਰਾਂ ਦੇ ਉੱਤੇ ਭੀਖ ਮੰਗੂਗਾ ਉਹ। ਰਹਾਓ। ਹਾਂਜੀ ਗੋਰਖੀ ਸਾਹਿਬ, ਰਿੱਧ ਸਿੱਧ ਜਾਕੋ ਫੁਰੀ ਤਬ ਕਾਹੂ ਸਿਉ ਕਿਆ ਕਾਜ। ਜਿਹਦੇ ਅੰਦਰ ਫੁਰਨਾ ਹੀ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹਦਾ ਫੁਰਨਾ ਹੀ ਰਿੱਧੀ ਸਿੱਧੀ ਹੈ ਸਭ। ਉਹਦੇ ਫੁਰਨਾ ਮਾਲਕ ਫੁਰਨ ਹੀ ਨਹੀਂ ਦਿੰਦਾ, ਉਹ ਤਾਂ ਉਸੇ ਵੇਲੇ ਪੂਰਤੀ ਹੋ ਜਾਂਦੀ ਹੈ। ਉਹ ਜਿਹੜਾ ਹੈਗਾ ਉਹਨੂੰ ਕਿਸੇ ਦੀ ਕੀ ਮੁਹਤਾਜੀ ਹੈ ਜੀ। ਹਾਂਜੀ ਵੀਰ ਜੀ। ਠੀਕ ਹੈ ਜੀ। ਸਾਧ ਸੰਗਤ ਜੀ, ਇਹ ਦੇਖੋ ਕਬੀਰ ਜੀ ਦੀ ਬਾਣੀ ਬਹੁਤ ਪਾਵਰਫੁਲ ਬਾਣੀ ਕਰਦੇ ਉਚਾਰਨ। ਉਹ ਕਹਿੰਦੇ ਜੇ ਤੁਹਾਡੇ ਕੁਝ ਪੱਲੇ ਹੈਗਾ ਨਾ, ਫਿਰ ਤੁਸੀਂ ਭੀਖ ਕਿਉਂ ਮੰਗਦੇ ਪੈ ਜਾਓ। ਜੇ ਤੁਹਾਡੇ ਪੱਲੇ ਹੈਗਾ ਕੁਝ, ਤੁਸੀਂ ਕਹਿੰਦੇ ਸਾਡੇ ਚ ਰਿੱਧੀਆਂ ਸਿੱਧੀਆਂ ਆ ਗਈਆਂ, ਸਾਡੇ ਚ ਫਲਾਣਾ, ਤੁਹਾਡੇ ਚ ਟਿਮਕਾ ਆ, ਫਿਰ ਗੋਲਕਾਂ ਗਲਕਾਂ ਦਾ ਸਿਸਟਮ ਕਿਉਂ ਰਨ ਕਰ ਰਹੇ ਜੋ? ਕਿਉਂ ਲੈਂਦੇ ਜੋ ਡੋਨੇਸ਼ਨ? ਆ ਬੈਂਕਾਂ 'ਚ ਪੈਸੇ ਕਿੱਥੋਂ ਜਮ੍ਹਾਂ ਕੀਤੇ ਹੋਏ ਆ? ਕਿਉਂ ਲੋਕਾਂ ਦੇ ਪੈਸੇ ਖਾਦੇ ਆ? ਬਾਣੀ ਤੇ ਕਹਿੰਦੇ ਆ ਕਿ ਉਹ ਜਦੋਂ ਤੈਨੂੰ ਆਤਮ ਤੱਤ ਦਾ ਗਿਆਨ ਹੋ ਗਿਆ ਤੇ ਤੇਰੇ ਸਾਰੇ ਜਿਹੜੇ ਦੋਸ਼ ਨੇ, ਜਿਹੜੇ ਮੋਹ ਨੇ, ਉਹ ਖਤਮ ਹੋ ਜਾਣਗੇ। ਪਰ ਤੂੰ ਤੇ ਜੱਫੀਆਂ ਪਾਉਂਦੇ ਆ ਪੈਸੇ ਨੂੰ। ਜੇ ਨਹੀਂ ਆ ਤੇ ਇਹ ਕੀ ਆ? ਇੰਨੀਆਂ ਪੈਲੀਆਂ ਤੁਸੀਂ ਵੇਖਿਆ ਨੀ ਲੋਕਾਂ ਨੇ ਕਿੱਦਾਂ ਪੈਲੀਆਂ, ਕੀ ਕੁਝ ਕਿੱਦਾਂ ਫੈਕਟਰੀਆਂ, ਕੀ ਕੁਝ ਕਰ ਛੱਡਿਆ। ਕਿੰਨੇ ਵੇਖੋ ਧਰਮ ਦੇ ਵਿੱਚ, ਹੁਣ ਨਿੱਜਰ ਸਾਹਿਬ ਕਈ ਵਾਰ ਕਹਿੰਦੇ ਕਿ ਬੋਲੋ ਨਾ, ਪਰ ਕਈ ਵਾਰ ਮੇਰਾ ਮਨ ਕਰਦਾ ਬੋਲਣ ਦਾ। ਜਿੰਨੇ ਵੀ ਪੰਜਾਬ ਦੇ ਵਿੱਚ ਤੁਹਾਡਾ ਧਰਮ ਹੈ ਪੰਜਾਬੀ, ਖਾਸ ਕਰਕੇ ਸਿੱਖ ਧਰਮ, ਵੇਖੋ ਕਿੰਨਾ ਨੇ ਸਕੂਲ ਕਾਲਜ ਬਣਾਏ ਨੇ, ਕਿੰਨੀ ਕੁ ਸਸਤਾ ਉੱਥੇ ਪੜ੍ਹਾਈ। ਕੁਛ ਵੀ ਨਹੀਂ ਕੀਤਾ ਗੋਰਖੀ ਸਾਹਿਬ, ਕੁਛ ਵੀ ਨਹੀਂ ਕੀਤਾ। ਜਿੰਨੇ ਪੈਸੇ ਇਹਨਾਂ ਕੋਲ ਹੈਗੇ, ਜਿੰਨੇ ਪੈਸੇ ਸ਼੍ਰੋਮਣੀ ਕਮੇਟੀ ਕੋਲ ਹੈਗੇ, ਨਿਊਜ਼ੀਲੈਂਡ ਜਿਹੜਾ ਹੈਗਾ, ਇਹ ਕੈਨੇਡਾ ਇੱਥੇ ਹੀ ਪੰਜਾਬ 'ਚ ਬਣ ਸਕਦਾ ਹੈ। ਮੈਂ ਇੰਨੀ ਕਹਿਣਾ, ਜਿੰਨਾ ਇਹਨਾਂ ਕੋਲ ਜਿਹੜਾ ਚੜਾਵਾ ਚੜ੍ਹਦਾ। ਪੰਜਾਬ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਬਜਟ ਹੈ ਨਾ ਸਾਧ ਸੰਗਤ ਜੀ, ਇੰਨਾ ਬਜਟ ਪੰਜਾਬ ਗੌਰਮੈਂਟ ਦਾ ਨਹੀਂ ਹੈਗਾ ਇੰਨਾ ਬਜਟ। ਜਿੰਨਾ ਦਰਬਾਰ ਸਾਹਿਬ ਦਾ ਬਜਟ ਹੈ, ਇੰਨਾ ਪੰਜਾਬ ਗੌਰਮੈਂਟ ਦਾ ਬਜਟ ਨਹੀਂ ਹੈਗਾ। ਬਿਲਕੁਲ ਸਹੀ ਗੱਲ ਹੈ। ਗੋਰਖੀ ਸਾਹਿਬ ਦੀ ਉਹ डिस्कनेक्ट हो गए शायद। एक सेकेंड जी, फिर आ जाते। बिल्कुल सही कह रहे हैं। जिन्ना बजट जिहड़ा हैगा दरबार साहब दा हैगा, ਉਹ उन्ना बजट पंजाब गौरमेंट ਦਾ नहीं हैगा भाई। ਜੇ ਆਪਣੇ ਦਰਬਾਰ ਸਾਹਿਬ ਜਿਹੜੇ ਆਪਣੇ ਉਹੀ ਚਾਹੁਣ ਜੇ ਨਾ, ਪੂਰੇ ਪੰਜਾਬ ਨੂੰ ਜਿਹੜੇ ਹੈਗੇ ਸਵਰਗ ਬਣਾ ਸਕਦੇ ਆ। ਦੇਖ ਲਓ ਵੀਰ ਜੀ, ਇਹ ਜਿਹੜੇ ਗੁਰਦੁਆਰੇ ਪਿੰਡ ਮੁਹੱਲੇ ਬਣ ਗਏ ਐ, ਤੇ ਸੰਗਤਾਂ ਹੈ ਨੀ, ਐਡੀਆਂ ਬਿਲਡਿੰਗਾਂ ਖੜੀਆਂ ਕਰਤੀਆਂ, ਕਿਤੇ 5 ਹੁੰਦੇ, ਕਿਤੇ 4 ਹੁੰਦੇ ਬੰਦੇ ਉੱਥੇ ਬੈਠੇ। ਇਹਦਾ ਫਾਇਦਾ ਕੀ ਹੈ ਦੱਸੋ? ਇਹ ਪੈਸੇ ਦਾ ਫਾਇਦਾ ਕੀ ਹੈ? ਇਹੀ ਬਿਲਡਿੰਗਾਂ ਜਿਹੜੀਆਂ ਕੋਈ ਮਤਲਬ ਬਣਾਈਆਂ ਹੁੰਦੀਆਂ ਸਕੂਲਾਂ ਲਈ, ਇੱਥੋਂ ਐਜੂਕੇਸ਼ਨ ਦੇ ਕੇ ਪ੍ਰੋਪਰ ਲੋਕਾਂ ਨੂੰ ਰੁਜ਼ਗਾਰ ਦਾ ਪ੍ਰਬੰਧ ਕੀਤਾ ਹੁੰਦਾ, ਹਸਪਤਾਲਾਂ ਲੋਕਾਂ ਦੀ ਸਿਹਤ ਸੰਭਾਲ ਦਾ ਧਿਆਨ ਕੀਤਾ ਹੁੰਦਾ, ਤੇ ਕਿੱਥੇ ਹੋਣਾ ਸੀ ਤੁਸੀਂ? ਬਿਲਕੁਲ ਸਮਾਲ ਸਕੇਲ ਇੰਡਸਟਰੀ ਲਾਉਣੀ ਸੀਗੀ, ਔਰਤਾਂ ਵਾਸਤੇ, ਬੰਦਿਆਂ ਵਾਸਤੇ, ਜਿਹੜੇ ਕੰਮ ਦੇਣੇ ਸੀਗੇ ਉਹਨਾਂ ਨੇ। ਤੇ ਦੇਖੋ ਕੀ ਹੁੰਦਾ, ਕਿਸ ਤਰ੍ਹਾਂ ਜਿਹੜੇ ਸਾਰਾ ਇੱਥੇ ਹੀ ਵੱਸਦੇ ਹੋ ਜਾਂਦੇ। ਆਪਾਂ ਕਿਸੇ ਦੇ ਉੱਤੇ ਡਿਪੈਂਡ ਥੋੜ੍ਹਾ ਨਾ ਰਹਿਣਾ ਸੀਗਾ। ਔਰ ਜੇ ਉਹਨਾਂ ਨੇ ਕੋਈ ਗਿਆਨ ਦੇਣਾ ਸੀ ਤਾਂ ਏਦਾਂ ਦਾ ਗਿਆਨ ਦੇਣਾ ਸੀ। ਤੱਤ ਵਸਤੂ ਤਾਂ ਕਿਸੇ ਨੇ ਦੱਸੀ ਹੀ ਨਹੀਂ ਨਾ, ਉਹ ਤਾਂ ਲੁਕਾਉਂਦੇ ਨੇ, ਵਿਚਾਲੇ ਖੋਲ ਲੈਂਦੇ ਆ ਦੇ ਕੇ ਜੀ ਹੁਕਮਨਾਮਾ ਜੀ, ਬਸੋ ਜੀ ਸਤਿਗੁਰ ਆਇਓ ਸ਼ਰਨ ਤੁਹਾਰੀ, ਬਸੋ 2-4 ਮਤਲਬ ਵਾਕ ਜਿਹੜੇ ਆਏ, ਤੇ ਉੱਥੋਂ ਹੀ ਉਹ ਲੋਕਾਂ ਨੂੰ ਲਓ ਜੀ, ਬਸ ਦੇਖ ਲੈ ਲਓ ਜੀ, ਚਲੋ ਜੀ ਘਰਾਂ ਨੂੰ। ਮਤਲਬ ਦੇਖੋ, ਇਹ ਨਿੰਦਿਆ ਨਹੀਂ, ਇਹ ਸੱਚਾਈ ਹੈ, ਇਹਨੂੰ ਐਕਸੈਪਟ ਕਰਨਾ ਚਾਹੀਦਾ ਸਾਨੂੰ। ਹੁਣ ਨਹੀਂ ਚੱਲੇਗਾ ਭਾਈ, ਹੁਣ नहीं चलेगा। वो दिन दूर गए जब
पुजारियों का पसीना गुलाब होता था। वो दिन दूर गए भाई। ਹੁਣ ਜਿਹੜਾ ਹੈਗਾ ਸੰਗਤ ਨੇ ਇਸ ਰੁਮਾਲੇ ਜਿਹੜੇ ਹੈਗੇ, ਰੁਮਾਲੇ ਦੇ ਹੇਠ ਕੀ ਹੈਗਾ, ਸੰਗਤ ਨੇ ਦਰਸ਼ਨ ਕਰ ਲਏ। ਹੁਣ ਨੈਟ ਦੇ ਉੱਤੇ ਹੈਗਾ ਸਾਰਾ ਕੁਝ, ਹੁਣ ਵਿਚਾਰ ਰਹੀ ਹੈ ਸੰਗਤ। ਹਾਂਜੀ ਨਿਜਰ ਸਾਹਿਬ, ਉਹ ਰਿੱਧ ਸਿੱਧ ਜਾਂ ਕਾ ਫਿਰ ਇਹ ਦੇਖੋ ਸਾਧ ਸੰਗਤ ਜੀ, ਇਹ ਕਹਿੰਦੇ ਜਿਨ੍ਹਾਂ ਨੂੰ ਰਿੱਧ ਸਿੱਧ ਪ੍ਰਾਪਤੀ ਹੋ ਗਈ, ਰਿੱਧੀਆਂ ਮਿਲ ਗਈਆਂ, ਸਿੱਧੀਆਂ ਮਿਲ ਗਈਆਂ, ਤੇ ਫਿਰ ਉਹ ਏਦਾਂ ਦੇ ਘਟੀਆ ਕੰਮ ਕਿਉਂ ਕਰ ਰਹੇ? ਫਿਰ ਇੰਨਾ ਮਤਲਬ ਆਪ ਦੇਖੋ ਨਾ, ਤੁਸੀਂ ਨੋਟਿਸ ਨਹੀਂ ਕੀਤਾ, ਆਮ ਸਧਾਰਨ ਬੰਦੇ 'ਚ ਇੰਨੀ ਭੁੱਖ ਨਹੀਂ ਹੁੰਦੀ ਜਿੰਨਾ ਇਹਨਾਂ ਦੇ ਅੰਦਰ ਹੁੰਦੀ। ਬਹੁਤ ਅੰਦਰੋਂ ਭੁੱਖੇ, ਪਤਾ ਨਹੀਂ ਕਿੰਨੀ ਕੁ ਗਰੀਬੀ, ਅੰਤਾਂ ਦੀ ਗਰੀਬੀ। ਔਰ ਸਭ ਤੋਂ ਵੱਡੀ ਗੱਲ ਇਹ ਦੇਖੋ, ਇਹਨਾਂ ਨੇ ਕਿਤੇ ਵਿਚਾਰ ਨਹੀਂ ਕੀਤੀ ਕਿ ਜਿਹੜਾ ਰਸਤਾ ਤੁਸੀਂ ਧਾਰਿਆ ਹੈ ਇਹ ਤੇ ਬਹੁਤ ਮਾੜੀ ਚੀਜ਼ ਹੈ। ਕੁਦਰਤ ਤੁਹਾਨੂੰ ਉਸ ਦੇ ਲਈ ਬਹੁਤ ਪਨਿਸ਼ਮੈਂਟ ਕਰੇਗੀ। ਔਰ ਵੀਰ ਜੀ ਮੈਂ ਇੱਕ ਗੱਲ ਦੱਸਾਂ, ਮਾਫ ਕਰਨਾ ਗੋਰਖੀ ਸਾਹਿਬ, ਇਹ ਨਾ ਜਿਹੜੇ ਕੀਰਤਨੀਏ ਵਿਚਾਰੇ ਕੀਰਤਨ ਕਰਦੇ ਆ ਨਾ, ਉਹਨਾਂ ਦੀਆਂ ਤਨਖਾਹਾਂ ਇੰਨੀਆਂ ਘੱਟ ਸੀ ਨਾ ਵੀਰ ਜੀ, ਮੈਂ ਤਾਂ ਹੈਰਾਨ ਹੋ ਗਿਆ ਵੀਰ ਜੀ, ਇੰਨੀਆਂ ਘੱਟ ਸੀ ਕੀਰਤਨੀਆਂ ਦੀਆਂ ਤਨਖਾਹਾਂ। ਆ ਦੇਖ ਲਓ ਜਿਨ੍ਹਾਂ ਨੂੰ ਪਦਮ ਸ਼੍ਰੀ ਮਿਲੀ ਹੋਈ ਸੀਗੀ, ਆ ਜਿਹੜੇ ਹੈਗੇ ਆਪਣੇ ਭਾਈ ਸਾਹਿਬ ਜਿਹੜੇ ਹੁਣੇ ਡੈਥ ਹੋਈ ਜਿਨ੍ਹਾਂ ਦੀ, ਨਿਰਮਲ ਸਿੰਘ ਜੀ, ਹਾਂ ਬਿਲਕੁਲ ਇੰਨੀ ਘੱਟ ਜਿਹੜੀ ਹੈਗੀ ਸੈਲਰੀ। ਪਤਾ ਨਹੀਂ ਇਹ ਕੀ ਕਰਦੇ ਆ, ਪਤਾ ਨਹੀਂ ਇਹ ਕੀ ਕਰਦੇ। ਹਾਂਜੀ ਵੀਰ, ਹਾਂਜੀ ਇਹ ਪਤਾ ਨਹੀਂ, ਇਹ ਬੰਦੇ ਦੀ ਨਾ ਜਦੋਂ ਬੁੱਧੀ ਤੇ ਪੜਦਾ ਪੈ ਜਾਂਦਾ ਤੈਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕੀ ਕਰਦਾ। ਹਾਂਜੀ ਠੀਕ ਹੈ ਨਿਜਰ ਸਾਹਿਬ, ਅੱਗੇ ਤੋਂ ਕੋ ਬੋਲੀਏ। ਰਾਮ ਜਿਹ ਪਾਇਆ ਰਾਮ ਤੇ ਭਾਵੇਂ ਨਾ ਬਾਰੇ ਬਾਰ। ਜਿਨ੍ਹਾਂ ਨੇ ਰਾਮ ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਗਿਆ, ਉਹ ਇਸ ਤਰ੍ਹਾਂ ਜਿਹੜਾ ਹੈਗਾ ਦਰ ਤੇ ਭੀਖ ਮੰਗਦੇ ਫਿਰਦੇ ਆ। ਰਹਾਓ ਬਿਲਕੁਲ ਸਹੀ ਹੈ ਜੀ। ਜਿਹਨੂੰ ਪਰਮਾਤਮਾ ਮਿਲ ਜਾਂਦਾ ਜਾਂ ਜਿਹੜਾ ਆਤਮਾ ਤੱਤ ਨੂੰ ਅਨੁਭਵ ਕਰ ਲੈਂਦਾ, ਉਹਦੀ ਭੁੱਖ ਮਰ ਜਾਂਦੀ ਹੈ। ਬਿਲਕੁਲ। ਤੇ ਜਿਹੜੇ ਬੰਦੇ ਦੇ ਅੰਦਰ ਅਜੇ ਇੱਛਾ ਹੈਗੀ ਹੈ, ਭੁੱਖਾ ਤੁਰਿਆ ਫਿਰਦਾ, ਭੁੱਖੇ ਕੁੱਤਿਆਂ ਵਾਂਗੂ ਦੰਦੀਆਂ ਵੜਦਾ ਫਿਰਦਾ, ਤੇ ਸਮਝ ਲਓ ਉਹਦੇ ਪੱਲੇ ਕੁਝ। ਔਰ ਇੱਕ ਗੱਲ ਗੋਰਖੀ ਸਾਹਿਬ ਮੈਂ ਦੱਸਾਂ, ਜਿਹੜੇ ਹਾਲੇ ਮੇਰੇ ਵਰਗੇ ਯਾਤਰਾ ਹੀ ਕਰ ਰਹੇ ਆ, ਮਾਲਕ ਪਰਮਾਤਮਾ ਦਾ ਜਿਹੜਾ ਹੈਗਾ, ਪਰਮਾਤਮਾ ਜਿਹੜਾ ਹੈਗਾ ਦੁਨਿਆਵੀ ਕੰਮ ਤਾਂ ਆਪਣੇ ਆਪ ਹੀ ਕਰਨ ਲੱਗ ਜਾਂਦਾ। ਉਹ ਤਾਂ ਦੁਨਿਆਵੀ ਕੰਮ ਤਾਂ ਉਹ ਤਾਂ ਕਹਿੰਦਾ ਕਿ ਮੇਰੇ ਵੱਲ ਆ ਤਾਂ ਸਹੀ, ਤੂੰ ਤਾਂ ਗਲਤ ਕਰੇਗਾ, ਮੈਂ ਤੇਰਾ ਸਹੀ ਕਰ ਦੇਣਾ ਪਿਆਰਿਆ, ਤੂੰ ਗਲਤ ਕਰੇਗਾ, ਇਹਦੇ ਨਾਲ ਤੈਨੂੰ ਫਾਇਦਾ ਨਹੀਂ ਹੋਣਾ, ਮੈਂ ਤੇਰਾ ਦੁਨਿਆਵੀ ਵੀ ਸਹੀ ਕਰ ਦੇਣਾ। ਬਾਣੀ ਚ ਲਿਖਿਆ ਹਲਤ ਪਲਤ ਦੁਆਰੇ। ਨਿਜਰ ਸਾਹਿਬ ਵੈਸੇ ਵੀ ਜਿਹੜੀ ਬਾਣੀ ਹੈ ਨਾ, ਬਾਣੀ ਦੇ ਵਿੱਚ ਇਹਨਾਂ ਨੇ ਪ੍ਰੈਕਟੀਕਲ ਕਰਕੇ ਸੰਗਤ ਨੂੰ ਦੱਸਿਆ। ਕਬੀਰ ਜੀ ਨੇ ਵੇਖੋ, ਜਾਂ ਹੋਰ ਰਵਿਦਾਸ ਜੀ ਨੇ, ਜਾਂ ਭਗਤ ਬਹਿਣੀਆਂ, ਜਾਂ ਹੋਰ ਵੀ ਜਿਹੜੇ ਸੰਤ ਹੋਏ ਨੇ, ਦੇਖੋ ਉਹਨਾਂ ਨੇ ਆਪਣਾ ਜੀਵਨ ਦੇ ਵਿੱਚ ਜੋ ਵੀ ਲਕਸ਼ ਧਾਰਿਆ ਹੈ ਉਹ ਇੱਕ ਅਲੱਗ ਚੀਜ਼ ਹੈ। ਉਸ ਤੋਂ ਇਲਾਵਾ ਜਿਹੜਾ ਦੁਨਿਆਵੀ ਸੰਸਾਰ ਆ, ਉੱਥੇ ਕੰਮ ਕਾਜ ਵੀ ਕੀਤਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਤੋਂ ਹੀ ਆਪਾਂ ਨੂੰ ਜਿਹੜਾ ਫੁੱਟਪ੍ਰਿੰਟ ਦਿੱਤੇ ਆ, ਉਹ ਬਿਲਕੁਲ ਕਲੀਅਰ ਦਿੱਤੇ ਕਿ ਤੂੰ ਕੰਮ ਵੀ ਕਰਨਾ ਤੇ ਅਧਿਆਤਮਿਕ ਵਿਆਹ ਵੀ ਕਰਨਾ, ਬੱਚੇ ਵੀ ਪਾਲਣੇ ਆ, ਔਰ ਜਦੋਂ ਲੋੜ ਪਈ ਤੇ ਤੂੰ ਸੱਚ ਦੇ ਨਾਲ ਚੱਲਣਾ ਹੈ। ਇਹ ਨਾ ਅੰਨਾ ਹੋ ਜੀ, ਆਪਣੇ ਮੁੰਡਿਆਂ ਨੂੰ ਦੇ ਦੀ ਆਪਣੀ ਪਦਵੀ। ਗੁਰੂ ਨਾਨਕ ਪਾਤਸ਼ਾਹ ਨੇ ਇੰਨਾ ਜ਼ਬਰਦਸਤ ਜੀਵਨ ਸਾਨੂੰ ਸਮਝਾਇਆ, ਪਰ ਸਾਡੀ ਕੌਮ ਨੇ ਉਹ ਸਭ ਉਲਟਾ ਕਰਕੇ ਰੱਖਤਾ। ਬਹੁਤ ਵਧੀਆ ਜੀ, ਬਿਲਕੁਲ ਆਪੋਜੀਟ। ਗੁਰੂ ਨਾਨਕ ਪਾਤਸ਼ਾਹ ਦੇ ਸਟੈਪਾਂ ਨੂੰ ਕੋਈ ਨਹੀਂ ਫੋਲੋ ਕਰ ਸਕਦਾ। ਆਪ ਜਸਟ ਸੋਚੋ। ਔਰ ਦੇਖੋ ਗੋਰਖੀ ਸਾਹਿਬ ਇੱਕ ਸੈਕਿੰਡ, ਔਰ ਦੇਖੋ ਇਹ ਜਿਹੜੇ ਹੈਗੇ, ਜਿਹੜੇ ਸੋ ਕਾਲਡ ਬਣ ਕੇ ਬੈਠੇ ਹੋਏ ਆ, ਇਹ ਦੇਖੋ ਇਹਨਾਂ ਦੇ ਪਰਿਵਾਰ ਦੇ ਵਿੱਚ ਹੀ ਇਹਨਾਂ ਦਾ ਗੁਰੂਪੁਨਾ ਚੱਲ ਰਿਹਾ ਹੈ, ਇਹਨਾਂ ਦੀ ਗੱਦੀ ਇਹਨਾਂ ਦੇ ਪਰਿਵਾਰ 'ਚ ਹੀ ਚੱਲ ਰਹੀ ਹੈ। ਹਾਂਜੀ ਬਿਲਕੁਲ ਠੀਕ ਹੈ ਜੀ। ਇਹ ਦੇਖੋ, ਇਹ ਚੀਜ਼ ਨੂੰ ਆਪ ਸਮਝੋ, ਜੋ ਉਹਨਾਂ ਨੇ ਕੀਤਾ, ਅੱਜ ਵੇਖੋ ਮਾਲਕ ਕੌਣ ਬਣ ਕੇ ਬੈਠਾ। ਅਜੇ ਵੀ ਚੰਗੇ ਲੋਕ ਹੈਗੇ, ਪਰ ਉਹਨਾਂ ਨੂੰ ਅੱਗੇ ਆਉਣੇ ਨਹੀਂ ਦੇਣਾ ਨਾ। ਕੰਟਰੋਲ ਹੀ ਐਸਾ ਨਾ ਕਰ ਲਿਆ। ਵੇਖੋ ਪਹਿਲਾਂ ਗੁਰਦੁਆਰਿਆਂ 'ਚ ਫਿਰ ਇੱਕ ਦੋ ਗੁਰਦੁਆਰਿਆਂ ਤੇ ਕਬਜ਼ਾ ਕੀਤਾ, ਕਿੱਦਾਂ ਦਿਮਾਗ ਲਾਇਆ ਇਹਨਾਂ ਨੇ, ਕਮੇਟੀ ਤਿਆਰ ਕੀਤੀ। ਪਹਿਲਾਂ ਸਿੰਘ ਸਭਾ ਹੁੰਦੀ, ਸਿੰਘ ਸਭਾ ਨੂੰ ਖੰਡਿਤ ਕਰਕੇ ਮੁੜ ਕੇ SGPC ਬਣਾ ਲਈ। SGPC ਬਣਾਣੀ ਤੋਂ ਇਹ ਸਿਸਟਮ ਬਣਾ ਦਿੱਤਾ ਕਿ ਉਹਦੇ 'ਚ ਪਤਾ ਨਹੀਂ ਕਿੰਨੇ ਮੈਂਬਰ ਬਣਾ ਲਏ। ਇੱਕ ਹੋਰ ਚੀਜ਼, ਮੈਂਬਰਾਂ ਨੂੰ ਇੱਕ ਗੱਡੀ ਦਿੱਤੀ ਹੈ। ਹਾਂਜੀ ਇੱਕ ਹੋਰ ਚੀਜ਼ ਹੈ ਗੋਰਖੀ ਸਾਹਿਬ, ਜਿਹੜਾ ਵੀ ਇਹ ਬੰਦਾ ਦੇਖੋ, ਰੂਲ ਇਹਨਾਂ ਦਾ ਇਹ ਕਹਿੰਦਾ ਹੈ ਕਿ ਜਿਹਨੇ ਵੀ ਗੁਰਦੁਆਰਾ ਆਪਣੇ ਘਰ 'ਚ ਵੀ ਬਣਾਇਆ ਨਾ, ਜੇ ਉਹਨੇ ਨਿਸ਼ਾਨ ਸਾਹਿਬ ਲਗਾ ਲਿਆ, ਉਹ ਕਮੇਟੀ ਦੇ ਅੰਡਰ ਜਾਏਗਾ। ਲਾ ਲਓ ਵੇਖੋ, ਇਹਨਾਂ ਨੇ ਕਾਨੂੰਨ ਤਿਆਰ ਕਰ। ਸੱਚ ਨਾ ਪਤਾ ਕੀ ਇਹ ਗੇਮ ਇਹਨਾਂ ਦੀ ਭੁੱਖ ਦੇ ਕਰਕੇ ਵੇਖੋ ਪੰਜਾਬ ਦੇ ਵਿੱਚ ਹੋਰ ਕਿੰਨੇ ਧਰਮ ਬਣ ਗਏ, ਕਿਉਂਕਿ ਇਹਨਾਂ ਦੇ ਪੱਲੇ ਕੁਛ ਨਹੀਂ ਸੀ।
ਆਤਮ ਗਿਆਨ ਤੇ ਪ੍ਰਾਪਤ ਨਾ ਹੋਇਆ ਲੋਕਾਂ ਨੂੰ, ਤੇ ਲੋਕੀ ਫਿਰ ਇੱਧਰ ਉੱਧਰ ਭੱਜ ਭੁੱਜ ਗਏ, ਜਿਨ੍ਹਾਂ ਨੇ ਕਹਾਣੀਆਂ ਬਣਾਤੀਆਂ। ਹੁਣ ਵੇਖੋ ਪੰਜਾਬ ਦੇ ਵਿੱਚ ਰੇਕੀ ਵਾਲੇ ਕਿੰਨੇ ਤੁਰੇ ਫਿਰਦੇ, ਇਹ ਕਿੱਥੋਂ ਆਏ ਨੇ? ਉੱਤੇ ਵੇਖੋ ਤੁਹਾਨੂੰ ਇੱਥੇ ਆਮ ਹੀ ਮਿਲ ਜਾਣੇ। ਉਹ ਕਹਿੰਦੇ ਤੁਹਾਡੇ ਚੱਕਰ ਕਲੀਅਰ ਕਰ ਦਿੰਦੇ ਆ, ਇੰਨੇ ਚੱਕਰ ਕਲੀਅਰ ਕਰੋਗੇ ਇੰਨੇ ਪੈਸੇ, ਇੰਨੇ ਚੱਕਰ ਕਲੀਅਰ ਕਰੋਗੇ ਤੇ ਇੰਨੇ ਪੈਸੇ। ਉਹ ਲੋਕੀ ਏਡੇ ਸ਼ਦਾਈ ਆ, ਤੁਰੇ ਫਿਰਦੇ ਉਹਨਾਂ ਦੇ ਮਗਰ। ਬਿਲਕੁਲ ਆਪ ਸੋਚਦੇ ਕਿ ਪ੍ਰਮਾਤਮਾ ਨੂੰ ਜਿਹੜੇ ਚੱਕਰ ਆ ਤੁਹਾਡੇ ਏਦਾਂ ਹੀ ਕਲੀਅਰ ਹੋ ਜਾਣਗੇ, ਪੈਸੇ ਦਿੱਤੇ ਆ ਤੇ ਸਾਰੇ ਅਮੀਰ ਕਿਉਂ ਨਹੀਂ ਸਵਰਗ 'ਚ ਪਹੁੰਚ ਜਾਂਦੇ? ਉਹਨਾਂ ਕੋਲ ਤਾਂ ਬਹੁਤ ਪਿਆ। ਪੈਸੇ ਦਾ ਅਧਿਆਤਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਤੁਹਾਡਾ ਦੇਖੋ, ਤੁਹਾਡੇ ਤਨ ਦੀ ਲੋੜ ਇੱਕ ਅਲੱਗ ਆ, ਤੁਹਾਡੇ ਮਨ ਦੀ ਲੋੜ ਇੱਕ ਅਲੱਗ ਆ। ਇਹ ਦੋਨੇ ਬੜੀਆਂ ਇੱਕ ਅਲੱਗ-ਅਲੱਗ ਸਥਿਤੀਆਂ ਨੇ। ਤੇ ਇੱਥੇ ਆਪਾਂ ਜੇ ਆਪਾਂ ਤਨ ਦੀ ਖੁਰਾਕ ਨੂੰ ਮਨ ਦੀ ਖੁਰਾਕ ਬਣਾ ਲਈਏ, ਮਨ ਦੀ ਖੁਰਾਕ ਨੂੰ ਤਨ ਦੀ ਖੁਰਾਕ ਬਣਾ ਲਈਏ, ਤੇ ਫਿਰ ਗੜਬੜ ਹੈ। ਧਰਮ ਜਿਹੜਾ ਮੈਟਰ ਹੈ ਨਾ, ਜਿਹੜਾ ਵਿਸ਼ਾ ਹੈ, ਉਹ ਤੁਹਾਡੇ ਮਨ ਦਾ ਹੈ। ਇਸ ਲਈ ਬਾਹਰ ਦੇ ਜੀਵਨ ਦਾ ਉਹ ਉਹਨਾਂ ਮਤਲਬ ਇੰਪੈਕਟ ਜਿਹੜਾ ਵਾ ਆਪਾਂ ਜਿਹੜਾ ਦਿਖਾਉਂਦੇ ਆ, ਉਹਦਾ ਤੁਹਾਡੇ ਮਨ ਤੇ ਪ੍ਰਭਾਵ ਨਹੀਂ ਪੈਂਦਾ। ਬਾਹਰੋਂ ਆਪਾਂ ਜਿੰਨਾ ਮਰਜ਼ੀ ਧਾਰਮਿਕ ਸ਼ੋਅ ਕਰਦੇ ਹਾਂ, ਇਹਦੇ ਨਾਲ ਇਹ ਨਹੀਂ ਕਿ ਤੁਸੀਂ ਮਨ ਦੇ ਤੌਰ ਤੇ ਧਾਰਮਿਕ ਹੋ ਜਾਓ। ਹਾਂ, ਜਿੱਦਾਂ ਤੁਸੀਂ ਮਨ ਦੇ ਤੌਰ ਤੇ ਧਾਰਮਿਕ ਹੋ ਗਏ, ਤੁਸੀਂ ਬਾਹਰੋਂ ਵੀ ਧਾਰਮਿਕ ਹੋ ਜਾਣਾ। ਪਰ ਪ੍ਰੋਬਲਮ ਇਹ ਆ, ਬੰਦੇ ਦੀ ਮੈਂ ਜੋ ਸੋਚਦਾ, ਬੰਦੇ ਦੀ ਇੱਕ ਸੋਚ ਆ, ਇਹਦੀ ਇੱਕ ਸੋਚ ਆ। ਬੰਦਾ ਪਤਾ ਕੀ ਸੋਚਦਾ? ਹੁਣ ਆਪਾਂ ਝੋਨਾ ਬੀਜੀਏ ਤੇ ਉਹ ਉੱਥੋਂ ਸਾਨੂੰ ਕੀ ਆ ਕਿ ਸਾਨੂੰ ਪਰਾਲੀ ਪ੍ਰਾਪਤ ਹੋ ਜੂ। ਇੱਕ ਲੌਜਿਕ ਹੈਗਾ, ਤੁਸੀਂ ਝੋਨਾ ਬੀਜੋਗੇ ਨਾ, ਤੁਹਾਨੂੰ ਪਰਾਲੀ ਪ੍ਰਾਪਤ ਹੋ ਜਾਣੀ। ਉਹ ਕਿੱਥੇ ਪੜਿਆ? ਪਰ ਪੰਗਾ ਤੇ ਉਦੋਂ ਪੈਣਾ ਵਾ ਜਦੋਂ ਤੁਸੀਂ ਪਰਾਲੀ ਬੀਜ ਦੇਣੀ ਹੈ ਤੇ ਕਹਿਣਾ ਝੋਨਾ ਨਿਕਲ ਆਵੇ। ਉਹ ਨਹੀਂ ਜੋ ਨਿਕਲਣਾ। ਪਰ ਉਹ ਇਹੋ ਰਿਹਾ ਵਾ। ਲੋਕ ਕੀ ਕਰ ਰਹੇ ਆ ਕਿ ਲੋਕੀ ਬਾਹਰੋਂ ਉਹ ਪਰਾਲੀ ਬੀਜੀ ਜਾਣਦੇ ਆ ਕਿ ਕੱਪੜੇ ਚੇਂਜ ਕਰ ਲਓ, ਮਤਲਬ ਬਾਹਰੀ ਰੂਪ ਨੂੰ ਚੇਂਜ ਕਰ ਲਓ, ਔਰ ਸੋਚਦੇ ਕਿ ਅੰਦਰ ਝੋਨਾ ਪੈਦਾ ਹੋ ਜਾਏ, ਸਾਡੇ ਅੰਦਰ ਧਰਮ ਪੈਦਾ ਹੋ ਜਾਏ। ਨਹੀਂ ਪੈਦਾ ਹੋਣਾ, ਪ੍ਰੈਕਟੀਕਲੀ ਨਹੀਂ ਪੋਸੀਬਲ। ਤੁਸੀਂ ਦੱਸੋ ਕਿੱਦਾਂ ਪਰਾਲੀ ਬੀਜਿਆ ਝੋਨਾ ਕਿੱਥੋਂ ਆਊਗਾ? ਦੱਸੋ। ਔਰ ਦੇਖੋ ਗੋਰਖੀ ਸਾਹਿਬ, ਵਿਡੰਬਨਾ ਐਸੀ ਹੈਗੀ ਕਿ ਬਈ ਜੀ आज ही तीर्थ स्थान ਆ, आज ही फलाना है, आज ही ਇੱਥੇ ਹੈਗਾ, आज ही ਇੱਥੇ ਹੇਮਕੁੰਟ ਚਲੇ ਜਾਓ ਜੀ, ਹਜੂਰ ਸਾਹਿਬ ਚਲੇ ਜਾਓ ਜੀ, ਇੱਥੇ ਚਲੇ ਜਾਓ ਜੀ। ਸਾਰੇ ਜਿਹੜੇ ਹੈਗੇ ਇਹ ਤੀਰਥ ਬਣੇ ਕਿਵੇਂ ਆ ਪਿਆਰਿਓ? ਇੱਕ ਜਗ੍ਹਾ ਤੇ ਸ਼ਬਦ ਆਉਂਦਾ, ਤੀਰਥ ਵੱਡਾ ਕਿ ਹਰ ਕਾ ਦਾਸ। ਕਹਿੰਦੇ ਮਾਲਕਾ ਮੈਨੂੰ ਤਾਂ ਪਹਿਲਾਂ ਇਹ ਦੱਸ ਵੀ ਤੀਰਥ ਵੱਡਾ ਹੈ ਜਾਂ ਕਿ ਜਿਹੜੇ ਬੰਦਿਆ ਜਿਹੜੇ ਭਗਤ ਨੇ ਪਰ ਤੇਰੇ ਦਾਸ ਨੇ ਉਸ ਜਗ੍ਹਾ ਤੇ ਭਗਤੀ ਕੀਤੀ ਹੈ, ਤੀਰਥ ਤਾਂ ਹੀ ਬਣਿਆ ਹੈ। ਜਿਹਨੇ ਉੱਥੇ ਭਗਤੀ ਕੀਤੀ ਹੈ ਉਹ ਵੱਡਾ ਹੈ ਕਿ ਤੀਰਥ ਵੱਡਾ ਹੈ? ਫਿਰ ਕਿਉਂ ਨਾ ਮੈਂ ਜਿਹੜਾ ਹੈਗਾ ਉਹਦੀ ਮੱਤ ਲੈ ਕੇ ਮੈਂ ਵੀ ਜਿਹੜਾ ਭਗਤੀ ਕਰਾਂ। ਹਾਂਜੀ ਵੀਰ ਜੀ। ਹੁਣ ਅੰਮ੍ਰਿਤਸਰ 'ਚ ਇੰਨੇ ਕੁ ਗੁਰਦੁਆਰੇ, ਮੈਂ ਉਹਨਾਂ ਸਾਰਿਆਂ ਨੂੰ ਤੇ ਜਾਣਦਾ ਵੀ ਨਹੀਂ। ਮੈਨੂੰ ਲੱਗਦਾ ਹਜ਼ਾਰਾਂ ਦੀ ਗਿਣਤੀ 'ਚ ਗੁਰਦੁਆਰੇ ਹੋਣੇ, ਹਜ਼ਾਰਾਂ ਦੀ ਗਿਣਤੀ 'ਚ। ਆਪ ਜਸਟ ਸੋਚ, ਸਭ ਜਿਹੜਾ ਉਹ ਜਸਟ ਇੱਕ ਮਨ ਨੂੰ ਸਮਝਾ ਦਿੱਤਾ ਲੋਕਾਂ ਦੇ ਨੂੰ ਕਿ ਆ ਜਾਓ ਮੱਥਾ ਟੇਕ, ਪਾਠ ਪੜ੍ਹ ਲਓ, ਸੁਣ ਲਓ, ਬਸ। ਬਾਣੀ 'ਚ ਕੀ ਲਿਖਿਆ, ਬਾਣੀ ਕੀ ਕਹਿਣਾ ਚਾਹੁੰਦੀ ਹੈ, ਫਿਰ ਉਹ ਨਾ ਤੁਸੀਂ ਪੁੱਛੋ, ਨਾ ਕੁਝ ਪੁੱਛਣ ਦੀ ਲੋੜ ਆ। ਕੋਈ ਇੱਕ ਬਾਬਾ ਹੈਗਾ ਵਾ, ਉਹ ਤੁਹਾਨੂੰ ਸਮਝਾ ਦੇ। ਬਾਣੀ ਤੋਂ ਖੁਦ ਕਹਿੰਦੀ ਹੈ ਕਿ ਤੂੰ ਜਾਣਿਆ ਹੀ ਕੱਲ ਦੀ ਬਾਣੀ ਤੋਂ ਵੇਖਿਆ ਨਾ, ਉੱਪਰ ਲਿਖਿਆ ਹੈਗਾ ਉਹਨਾਂ ਨੇ। ਮੈਨੂੰ ਪਤਾ ਹੈ ਕਿ ਬਥੇਰੇ ਲੋਕੀ ਇੱਥੇ ਅੰਨਾ ਠੇਲੀਏ। ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈਗੀ, ਪਰ ਵੱਖਰੀ ਹੈਗੀ ਹੈ। ਉੱਥੇ ਲਿਖਿਆ, ਇੱਥੇ ਲਿਖਿਆ, ਉੱਪਰ ਲਿਖਿਆ ਕਿ ਤੂੰ ਖੁਦ ਲੱਭਿਆ ਨਹੀਂ ਆ ਤੇ ਤੂੰ ਦੂਜੇ ਨੂੰ ਕਿੱਦਾਂ ਸਮਝਾ ਰਿਹਾ? ਤੈਨੂੰ ਸ਼ਰਮ ਨਹੀਂ ਆਉਂਦੀ? ਆ ਲਿਖਿਆ ਨਾ, ਮਨ ਕੀ ਅੰਧੇ ਆਪ ਨਾ ਬੂਝੇ ਕਾਹੇ ਬੁਝਾਵੇ ਭਾਈ। ਹਾਂ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ। ਬਾਣੀ ਜਿਹੜੀ ਹੈ, ਬਾਣੀ ਤੇ ਹਿੱਲਣ ਨਹੀਂ ਦਿੰਦੀ। ਉਹ ਕਹਿੰਦੀ ਜਿਹੜੀ ਚੀਜ਼ ਨੂੰ ਤੂੰ ਜਾਣਿਆ ਨਹੀਂ ਆ, ਤੈਨੂੰ ਨੀ ਸ਼ਰਮ ਆਉਂਦੀ ਕਿ ਤੂੰ ਕਹਿ ਰਿਹਾ, ਕਲੇਮ ਕਰ ਰਿਹਾ, ਸ਼ਰੇਆਮ ਲੱਖਾਂ ਦੇ ਸਾਹਮਣੇ ਝੂਠ ਬੋਲ ਰਿਹਾ? ਤੂੰ ਕਿਉਂ ਕਲੇਮ ਕਰ ਰਿਹਾ? ਤੈਨੂੰ ਸ਼ਰਮ ਨਹੀਂ ਆਉਂਦੀ? ਇਹ ਤੇ ਬਹੁਤ ਮਾੜੀ ਚੀਜ਼ ਆ। ਇੱਕ ਤੇ ਤੈਨੂੰ ਚੀਜ਼ ਆਉਂਦੀ ਹੋਵੇ ਤੇ ਕੋਈ ਗੱਲ ਨਹੀਂ, ਤੂੰ ਕਲੇਮ ਕਰਦਾ, ਪਰ ਜਿਹੜੀ ਚੀਜ਼ ਦਾ ਤੈਨੂੰ ਪਤਾ ਹੀ ਨਹੀਂ ਆ, ਤੂੰ ਲੋਕਾਂ ਦੇ ਸਾਹਮਣੇ ਕਿ ਲੱਖਾਂ ਲੋਕਾਂ ਨੂੰ ਕਲੇਮ ਕਰ ਰਿਹਾ, ਔਰ ਫਿਰ ਉਹਨਾਂ ਨੂੰ ਆਪਣੇ ਪਿੱਛੇ ਲਾ ਲੈਣਾ, ਔਰ ਲੈਣਾ ਤੂੰ ਕੁਛ ਵੀ ਨਹੀਂ। ਹੁਣ ਉਹ ਬਾਬਾ ਜਿਹੜਾ ਚੱਲ ਗਿਆ ਪਤਾ ਨੀ 35-40 ਹਜ਼ਾਰ ਕਰੋੜ ਵਾਲਾ, ਉਹਨੇ ਪੈਸਾ ਇਕੱਠਾ ਕਰ ਲਿਆ, ਉਹ ਗਿਆ ਉਹਦੇ ਨਾਲ। ਪਰ ਉਹ ਕਈਆਂ ਨੂੰ 35-40 ਹੁਣ ਪਤਾ ਨੀ ਕਿੰਨੇ ਹਜ਼ਾਰ ਕਰੋੜ ਲੋਕਾਂ ਨੂੰ ਪਿੱਛੇ ਲਾ ਲਿਆ ਉਹਨੇ। ਉਹ ਲਾ ਕੇ ਤੇ ਲਿਆ। ਹੁਣ ਇੰਨੇ ਜਿਹੜੇ ਬੰਦੇ ਜਿਹੜੇ ਤੁਰ ਪੈਂਦੇ ਨੇ ਮਗਰ, ਮੁੜ ਕੇ ਉਹਨਾਂ ਨੂੰ ਇਹ ਨੀ ਦੇਖਦਾ ਕਿ ਜਾਣਾ ਕਿੱਧਰ ਆ।
ਕਿਉਂ ਨਹੀਂ? ਕਿਉਂਕਿ ਗਿਆਨ ਨਹੀਂ ਹੈਗਾ। ਗਿਆਨ ਤੇ ਤੁਹਾਡੀਆਂ ਅੱਖਾਂ ਖੋਲ ਲੈਂਦੇ ਨੇ ਅਗਲੇ। ਪਹਿਲੇ ਦਿਨ ਹੀ ਤੁਹਾਨੂੰ ਕਹਿ ਦੇਣਾ ਤੁਸੀਂ ਸਾਡੇ ਤੇ ਵਿਸ਼ਵਾਸ ਕਰੋ, ਬਸ ਤੁਹਾਡੀ ਟੈਨਸ਼ਨ ਨਹੀਂ ਹੈ, ਸਾਡੀ ਟੈਨਸ਼ਨ ਆ। ਹੁਣ ਤੁਸੀਂ ਅੱਖਾਂ ਬੰਦ ਕਰਕੇ ਬੱਸ 'ਚ ਬਹਿ ਜਾਓ ਤੇ ਉਹਨਾਂ ਕਹੀ ਜਾਣਾ ਬੱਸ ਨਹੀਂ, ਇਹ ਜਹਾਜ਼ ਹੈ, ਜੈਟ ਪਲੇਨ ਆ। ਤੁਸੀਂ ਕਹਿਣਾ ਬਾਬਾ ਜੀ ਇੱਥੇ ਉੱਡਦੀ ਨਹੀਂ ਆ। ਉਹ ਤੁਹਾਡੀ ਟੈਨਸ਼ਨ ਹੀ ਆ, ਉਹ ਸਾਡੀ ਟੈਨਸ਼ਨ ਹੈ। ਇਹ ਤੋਂ ਅੱਖਾਂ ਬੰਦ ਕਰ ਲਓ, ਅੱਖਾਂ ਤੋਂ ਪੱਟੀ ਨਹੀਂ। ਇੱਕ ਬੰਦਾ ਕਹਿੰਦਾ ਬਾਬਾ ਜੀ ਮੈਂ ਪੱਟੀ ਖੋਲ ਲਈ ਆ ਤੇ ਮੈਨੂੰ ਦਿਖਦਾ ਪਿਆ ਤੇ ਬੱਸ ਹੈਗੀ ਆ। ਉਹ ਕਹਿੰਦਾ ਤੂੰ ਏਦਾਂ ਕਰ, ਤੈਨੂੰ ਪਤਾ ਲੱਗ ਗਿਆ ਪਰ ਦੂਜੇ ਨੂੰ ਨਾ ਦੱਸੀ। ਇਹ ਤੇਰਾ ਅਨੁਭਵ ਹੈ, ਤੈਨੂੰ ਪਤਾ ਲੱਗ ਗਿਆ, ਤੂੰ ਬਹੁਤ ਗਿਆਨੀ ਆ, ਪਰ ਦੂਜੇ ਨੂੰ ਨਾ ਦੱਸੀ। ਅੱਛਾ, ਤੇ ਫਿਰ ਕਹਿੰਦੇ ਕਿ ਯਾਰ ਨਾਮ ਤੇਰੇ ਕੰਨਾਂ 'ਚ ਫੂਕ ਮਾਰੀ ਯਾਰ, ਦੱਸੀ ਨਾ। ਇਹ 5 ਨਾਮ, ਕੋਈ 7 ਕੋਈ 8 ਪਤਾ ਨੀ ਕੀ ਦੇਈ ਜਾਂਦੇ ਆ। ਬਾਣੀ ਕਹਿੰਦੀ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਬੜ ਜਨਮ ਨਾਮ। ਕਿੱਥੇ ਲਿਖਿਆ? ਗੁਰੂ ਗ੍ਰੰਥ ਸਾਹਿਬ 'ਚ। ਅੱਛਾ, ਗੁਰੂ ਗ੍ਰੰਥ ਸਾਹਿਬ 'ਚ ਆਪਨੇ ਕਿਤੇ ਸੁਣਿਆ ਕਿਤੇ ਕਿ ਕੰਨਾਂ 'ਚ ਮੈਂ ਨਾਮ ਦੱਸੂਗਾ? ਦੱਸੋ ਕਿੱਥੇ ਲਿਖਿਆ? ਕਿਤੇ ਸੁਣਿਆ? ਗੁਰੂ ਗ੍ਰੰਥ ਸਾਹਿਬ ਆਪਾਂ 1 ਸਾਲ 1.5 ਸਾਲ ਹੋ ਗਿਆ ਆਪਾਂ ਨੂੰ ਪੜ੍ਹਦਿਆਂ ਨੂੰ, ਕਿਤੇ ਇੱਕ ਲਾਈਨ ਵੀ ਲਿਖੀ ਹੋਏ ਕਿ ਗੁਰੂਆਂ ਨੇ ਕੰਨ 'ਚ ਫੂਕ ਮਾਰ ਕੇ ਨਾਮ ਦੱਸਿਆ, ਗੁਪਤ ਦੱਸਿਆ? ਨਾ ਦੱਸੋ ਕਿਸੇ ਨੂੰ। ਕਬੀਰ ਜੀ ਤੇ ਰੌਲਾ ਪਾਉਂਦੇ, ਜੋ ਆਪਣੇ ਸਾਰੇ ਗੁਰੂ ਕਹਿੰਦੇ ਨੇ ਆਪਾਂ ਨੂੰ ਸਮਝਾਉਂਦੇ ਨੇ। ਦੂਜੇ ਵੇਖੋ ਕਿੰਨੇ ਸੰਤ ਨੇ, ਸਾਰੇ ਕਹਿੰਦੇ ਨੇ ਕਿ ਤੂੰ ਨਾਮ ਜਿਹੜਾ ਤੇਰਾ ਹੈ ਉਹ ਤੇਰੇ ਜੀਵਨ ਦਾ ਮੌਜੂਦ ਹੈ, ਤੇਰੇ ਜੀਵਨ ਦਾ ਮਕਸਦ ਹੈ। ਪਰ ਜੇ ਤੂੰ ਉਹਨੂੰ ਛੁਪਾਏਂਗਾ, ਦੱਸੇਗਾ ਨਹੀਂ ਤੇ ਦੂਜੇ ਨੂੰ ਕਿੱਦਾਂ ਪਤਾ ਲੱਗੂਗਾ? ਇਹ ਕਹਿੰਦਾ ਤੁਸੀਂ ਨਾ ਦੱਸਿਓ। ਕਿਉਂ ਨਾ ਦੱਸਿਓ? ਕਿਉਂਕਿ ਉਹ ਦੱਸਣ ਦੇ ਨਾਲ ਰੌਲਾ ਪੈ ਜਾਣਾ। ਉਹ ਗੱਲ ਹੀ ਨਾ, ਰਾਜਾ ਹੀ ਰਾਜੇ ਨੂੰ ਕਹਿਤਾ ਸੀ ਕਿ ਬਈ ਰਾਜਾ ਤੂੰ ਏਦਾਂ ਕਰ, ਤੂੰ ਤੇ ਰਾਜਾ ਹੈਗਾ ਤੇ ਤੈਨੂੰ ਤੇ ਸਵਰਗ ਚੋਂ ਕੱਪੜੇ ਮਿਲਣੇ ਚਾਹੀਦੇ ਆ ਤੇ ਸਧਾਰਨ ਕੱਪੜੇ ਤੂੰ ਪਾਏ। ਇੱਕ ਦਿਨ ਫਿਰ ਉਹ ਕੱਪੜੇ ਦੇ ਲਾ ਲੈਂਦਾ, ਨਕਲੀ ਕੱਪੜੇ ਲਿਆ ਆਉਂਦਾ ਤੇ ਉਹ ਫਿਰ ਕਹਿੰਦਾ ਕਿ ਇਹ ਜਿਹੜਾ ਆਪਣੇ ਪਿਓ ਦਾ ਪੁੱਤ ਨਹੀਂ ਆ, ਉਹਨੂੰ ਇਹ ਕੱਪੜੇ ਨਹੀਂ ਦਿਖਣੇ। ਮੇਜਰ ਸਾਹਿਬ ਕਰ ਕੇ ਰਾਜੇ ਨੂੰ ਨੰਗਾ ਕਰਦਾ ਅਗਲੇ ਨੇ। ਫਿਰ ਇੱਕ ਮੁੰਡਾ ਸਭੇ ਭੀੜੀ ਖਲੋਤਾ ਹੁੰਦਾ ਸੀ, ਆਪਣੇ ਪਿਓ ਨੂੰ ਕਹਿੰਦਾ ਕਿ ਪਾਪਾ ਰਾਜਾ ਤੇ ਨੰਗਾ ਹੋ ਗਿਆ, ਸਾਰੇ ਕੱਪੜੇ ਲਾ ਲਏ ਤੇ ਕੱਚਾ ਹੀ ਰਹਿ ਗਿਆ ਉਹਦਾ ਤੇਰੇ ਥੱਲੇ। ਤੇ ਰਾਜਾ ਕਹਿੰਦਾ ਮੈਨੂੰ ਵੀ ਦੇਖਦਾ, ਪੁੱਤ ਚੁੱਪ ਹੋ ਜਾ ਤੂੰ ਵੀ। ਤੋ ਇਹ ਤਰੀਕਾ ਹੈਗਾ। ਇੱਕ ਸਮਾਂ ਆਉਂਦਾ ਬੰਦਾ ਨਾ ਫਿਰ ਹਾਰ ਕੇ ਪਤਾ ਕੀ ਕਹਿ ਲੈਂਦਾ, ਉਹ ਜੀ ਸਾਡੇ 'ਚ ਹੀ ਕਮੀ ਹੈਗੀ ਹੈ। ਬਾਬਾ ਸਾਡਾ ਪੂਰਾ ਵਾ, ਗੁਰੂ ਜਿਹੜਾ ਸਾਡਾ ਪੂਰਾ ਵਾ, ਜਿਹੜਾ ਰਾਹ ਦੇ ਦਿੰਦੇ ਆ, ਜਿਹੜਾ ਸਾਡਾ ਮਾਰਗਦਰਸ਼ਨ ਕਰਦੇ ਆ, ਮੇਰੇ 'ਚ ਕਮੀ ਏਦਾਂ ਪਾ ਦਿੰਦੇ ਲੋਕਾਂ ਦੇ ਵਿੱਚ। ਬਿਲਕੁਲ। ਪਰ ਤੁਸੀਂ ਦੇਖਿਆ ਕਿਤੇ ਛੋਟੇ ਬੱਚੇ ਨੂੰ ਨਹੀਂ ਆਉਂਦਾ ਤੇ ਲੋਕੀ ਉਂਗਲਾਂ ਫੜ ਕੇ ਸਿਖਾ ਦਿੰਦੇ ਅਗਲੇ। ਜੇ ਸਿੱਖਣ ਵਾਲਾ ਥੋੜਾ ਬਹੁਤਾ ਇੰਟਰਸਟਿਡ ਹੋਵੇ, ਜਿਹੜਾ ਬੱਚੇ ਨੂੰ ਆਉਂਦਾ ਲੋਕੀ ਪੂਰਨੇ ਪਾ ਕੇ ਉਂਗਲਾਂ ਫੜ ਕੇ ਬੱਚਿਆਂ ਨੂੰ ਸਿਖਾ ਦਿੰਦੇ ਆ। ਤੇ ਇੱਥੇ ਇਹਦਾ ਮਤਲਬ ਜੇ 100 ਸਟੂਡੈਂਟ ਹੈਗੇ ਆ ਤੇ 100 ਦੇ 100 ਨੇ ਨਹੀਂ ਆਉਂਦਾ। ਚਲੋ ਮੰਨ ਲਿਆ 100 ਚ 20-25% 50% ਸਟੂਡੈਂਟ ਨਹੀਂ ਕਾਮਯਾਬ ਹੋਏ ਕਿਉਂਕਿ ਉਹਨਾਂ ਦਾ ਧਿਆਨ ਨਹੀਂ ਸੀ, ਪਰ ਕੁਝ % ਸਟੂਡੈਂਟ ਤੇ ਤਾਂ ਚੜ੍ਹਨ। ਬਿਲਕੁਲ। ਜੇ ਕੋਈ ਚੜਿਆ ਹੈ ਤੇ ਤੁਹਾਨੂੰ ਕੋਈ ਮਿਲਿਆ ਅਜੇ ਤੱਕ? ਦੱਸੋ ਮੈਨੂੰ। ਉਹ ਮੇਰੇ ਨੇ ਜਿਹੜੇ ਇਕੱਲੇ ਗੱਲਾਂ ਦੇ ਕੜਾਹ ਬਣਾਉਂਦੇ ਨੇ, ਅਸਲ ਚ ਹੈ ਹੀ ਕੁਛ ਨਹੀਂ। ਹਾਂਜੀ ਨੀਚੇ ਸਾਹਿਬ ਅੱਗੇ ਚਲੀਏ। ਰਹਾਓ ਝੂਠਾ ਜਗ ਡਹ ਕੇ ਕਣਾ, ਦਿਨ ਦੋਏ ਵਰਤਨ ਕੀ ਆਸ। ਦੇਖੋ 2 ਦਿਨ ਵਰਤਣਾ ਹੈ ਗੁਰਕੀ ਸਾਹਿਬ, 2 ਦਿਨ ਸਿਰਫ। ਜਿਹੜਾ ਕਿੰਨਾ ਕੁ ਸਮਾਂ ਇਨਸਾਨ ਦੇ ਕੋਲ, ਕਿੰਨਾ ਕੁ ਜਵਾਨੀ, ਕਿੰਨੇ ਕੁ ਭੋਗ ਸਕਦਾ ਇਨਸਾਨ। ਸਿਰਫ ਇਹਦੇ ਵਾਸਤੇ ਜਿਹੜਾ ਹੈਗਾ, ਇਸ ਝੂਠ ਦੇ ਵਾਸਤੇ ਆਪਾਂ ਝੂਠੇ ਹੋ ਰਹੇ ਹਾਂ, ਝੂਠ ਦੇ ਨਾਲ ਲੱਗੇ ਹੋਏ ਹਾਂ। ਉਹ ਡਹਿ ਕੇ ਕਹਿੰਦੇ ਆ, ਬੜਾ ਜਿਹੜਾ ਧੋਖੇ ਦਿੰਦਾ ਹੈ ਲੋਕਾਂ ਨੂੰ, ਇੰਨਾ ਲੋਕਾਂ ਨੂੰ ਲੁੱਟਦਾ ਹੈ, ਪੁੱਛੋ ਹੀ ਨਾ। ਝੂਠਾ ਜਗ ਡਹਿ ਕੇ ਕਨਾ, ਦਿਨ ਦੋਏ ਵਰਤਨ ਕੀ ਆਸ। ਬਸ 2 ਦਿਨ ਹੀ ਹੰਡਾਉਣਾ ਹੈ, ਉਹਦੇ ਵਾਸਤੇ ਇੰਨਾ ਇਕੱਠਾ ਕਰ ਲੈਂਦਾ ਹੈ, ਉਹਦਾ 5% ਵੀ ਨਹੀਂ ਖਰਚਦਾ, ਸਾਰਾ ਦਾ ਸਾਰਾ ਜਿਹੜਾ ਹੈਗਾ ਬਸ ਛੱਡ ਕੇ ਚਲੇ ਜਾਂਦਾ ਹੈ। ਰਾਮ ਉਦਕ ਜਿਹ ਪਾਇਆ ਜਿਹ ਪੀਆ, ਤਿਹ ਬਹੁਰ ਨਾ ਪਈ ਪਿਆਸ। ਔਰ ਪਿਆਰਿਓ, ਜਿਹਨੇ ਅੰਮ੍ਰਿਤ ਰਸ ਰਾਮ ਦਾ ਉਦਕ ਪੀ ਲਿਆ, ਜਿਹਨੇ ਨਾਮ ਅਭਿਆਸ ਕਰ ਲਿਆ, ਇਹ ਰਾਮ ਉਦਕ ਤਾਂ ਜਿਹੜਾ ਹੈਗਾ ਆਪਾਂ ਨੂੰ ਗਿਫਟ ਮਿਲ ਜਾਂਦੀ ਹੈ ਪਰਮਾਤਮਾ ਵੱਲੋਂ। ਜਿਹਨੇ ਵੀ ਇਹ ਗਿਫਟ ਲੈ ਲਈ, ਜਿਹੜਾ ਭਗਤੀ ਕਰਦਾ ਹੈ, ਉਹਨੂੰ ਰਾਮ ਉਦਕ ਆਪੇ ਦੇ ਦਿੰਦਾ ਮਾਲਕ ਪਰਮਾਤਮਾ। ਉਹਦੇ ਨਾਲ ਭਗਤੀ ਕਰਨਾ ਨਾ, ਭਗਤੀ ਕਰਨ ਦੇ ਨਾਲ ਜਿਹੜਾ ਹੈਗਾ ਆਪਣੇ ਅੰਦਰ ਆਪਣੀ ਪਿਆਸ ਲਾਜ਼ਮੀ ਬੁਝਣੀ ਹੈ ਭਾਈ। ਜਿਹੜੇ 20 ਸਾਲ 40 50 ਸਾਲ ਹੋ ਗਏ ਕਿ ਪਿਆਸ ਬੁਝ ਗਈ ਹੈ। ਰਾਮ ਉਦਕ ਜਿਹ ਜਨ ਪੀਆ ਤੇ ਬਹੁਰ ਨਾ ਪਈ ਪਿਆਸ। ਉਹ ਤਾਂ ਕਹਿੰਦੇ ਦੁਬਾਰਾ ਫਿਰ ਪਿਆਸਾ ਨਹੀਂ ਹੁੰਦਾ ਭਾਈ। ਹਾਂਜੀ ਵੀਰ ਜੀ।
ਰਹੀ ਹੈ? ਹਾਂਜੀ ਹਾਂਜੀ ਬਿਲਕੁਲ ਵਧੀਆ ਆ ਰਹੀ ਹੈ। ਹਾਂਜੀ, ਸਾਧ ਸੰਗਤ ਜੀ, ਜਿਹੜਾ ਜਾਗਿਆ ਝੂਠਾ ਵਾ, ਤੇ ਇੱਕ ਬੰਨੇ ਇਹ ਕਹਿੰਦੇ ਆ ਕਿ ਇਹ ਸੰਸਾਰ ਜਿਹੜਾ ਮਾਇਆ ਹੈਗੀ ਹੈ, ਠੀਕ ਹੈ ਮਾਇਆ, ਤੇ ਦੂਜੀ ਤਰਫ ਵੇਖੋ ਇਹਨਾਂ ਦੀ ਪਕੜ ਕਿੰਨੀ। ਇੱਕ ਸੈਕਿੰਡ ਕੋਈ ਜੀ, ਕਿਹੜਾ ਆ ਗਿਆ ਮਾਈਕ ਵੀ ਨਹੀਂ ਪਤਾ ਲੱਗਦਾ ਕਿਹੜਾ ਖੁੱਲ ਗਿਆ ਜੀ। ਉਹਨੇ ਜੇ ਸਾਹਿਬ ਮੇਰੇ ਵੱਲੋਂ ਹੀ ਆ, ਮੇਰੇ ਵੱਲੋਂ ਹੀ। ਅੱਛਾ ਕੋਈ ਨਹੀਂ ਜੀ, ਕੋਈ ਨਹੀਂ ਕੋਈ ਖਰਾਬ। ਹਾਂਜੀ, ਝੂਠਾ ਜਗ ਡਹਿ ਕੇ ਖਾਣਾ ਦਿਨ ਦੁਈ ਬਰਤਨ ਕੀ ਆਸ, ਪਰ ਬੰਦੇ ਦੇ ਅੰਦਰ ਇਹ ਵਿਚਾਰ ਹੀ ਨਹੀਂ ਆਉਂਦੀ ਕਿ ਮੇਰਾ ਜਿਹੜਾ ਖੇਲ ਆ, ਮੈਂ ਅੱਜ ਵੇਖਦਾ ਪਿਆ ਕਿ ਥੋੜੇ ਸਮੇਂ ਦੇ ਵਿੱਚ ਕਈ ਆ ਗਏ ਨੇ, ਕਈ ਚਲੇ ਜਾ ਰਹੇ ਨੇ, ਤੇ ਕਈ ਜਾਣ ਦੀ ਤਿਆਰੀ ਕਰ ਬੈਠੇ। ਔਰ ਬੰਦੇ ਦੀ ਪਕੜ ਜਿਹੜੀ ਆ ਉਹ ਏਦਾਂ ਦੀ ਹੈ ਕਿ ਉਹਨੂੰ ਜਿਹੜਾ ਜੀਵਨ ਦਾ ਜਿਹੜਾ ਭੇਦ ਆ ਉਹ ਨਹੀਂ ਸਮਝ ਆ ਰਿਹਾ ਕਿ ਮੇਰੇ ਜੀਵਨ ਦਾ ਪ੍ਰਯੋਜਨ ਕੀ ਆ, ਮਕਸਦ ਕੀ ਆ, ਮੈਂ ਕਿਸ ਲਈ ਆਇਆ। ਅਸਲ ਚ ਬੰਦਾ ਜਿਹੜਾ ਨਾ, ਦੇਖੋ ਬੰਦਾ, ਮੈਂ ਇੱਕ ਚੀਜ਼ ਨੂੰ ਆਪ ਤੁਹਾਨੂੰ ਦੱਸਣਾ ਚਾਹੁੰਦਾ, ਬੰਦਾ ਸੋਚਦੇ ਆ ਬੱਚਿਆਂ ਨੂੰ ਪਾਲਣਾ ਮੇਰੇ ਜੀਵਨ ਦਾ ਮਕਸਦ ਆ, ਪਰ ਨਹੀਂ ਆ। ਬੱਚੇ ਤੇ ਤੁਹਾਡੇ ਤੋਂ ਭੱਜ ਜਾਣੇ ਆ, ਇਕੱਲੇ ਰਹਿ ਜਾਣਾ। ਉਹ ਤੇ ਜਸਟ ਉਹ ਤੁਸੀਂ ਉਹਨਾਂ ਦੀ ਇੱਕ ਨੀਡ ਪੂਰੀ ਕਰ ਰਹੇ ਹੋ, ਇਸ ਕਰਕੇ ਤੁਹਾਡੇ ਨਾਲ ਥੋੜੀ ਬਹੁਤੀ ਅਟੈਚਮੈਂਟ ਹੈ। ਸ਼ੁਰੂ ਚ ਲੱਗਣਾ, ਮੁੜ ਕੇ ਸਵੇਰੇ ਜਦੋਂ ਛੋਟੇ ਬੱਚੇ ਹੁੰਦੇ ਉਹ ਕਹਿੰਦੇ ਆ ਕਿ ਬਈ ਸਾਡਾ ਫਾਦਰ ਬਹੁਤ ਇੰਟੈਲੀਜੈਂਟ ਆ, ਉਹਨੂੰ ਸਾਰਾ ਕੁਝ ਆਉਂਦਾ। ਹੌਲੀ ਹੌਲੀ ਕਰਕੇ ਉਹਨੇ ਕਹਿਣਾ ਬਈ ਉਹ ਤੁਹਾਨੂੰ ਤੇ ਪਤਾ ਹੀ ਕੁਛ ਨਹੀਂ ਹੈ। ਤੇ ਉਹਨਾਂ ਕਹਿਣਾ ਕਿ ਯਾਰ ਤੇਰੇ ਤੇ ਕੱਚੇ ਕੁੱਚੇ ਵੀ ਅਸੀਂ ਤੈਨੂੰ ਪਾਉਣੇ ਸਿਖਾਏ, ਤੈਨੂੰ ਜੁੱਤੀ ਪਾਉਣੀ ਅਸੀਂ ਸਿਖਾਈ, ਵਾਲ ਬਰੜੇ ਤੈਨੂੰ ਅਸੀਂ ਸਿਖਾਏ, ਤੈਨੂੰ ਗੁੱਤ ਕਰਨੀ ਸਿਖਾਈ, ਤੈਨੂੰ ਕੱਪੜੇ ਪਾਉਣੇ ਸਿਖਾਏ, ਤੈਨੂੰ ਚੱਲਣਾ ਸਿਖਾਇਆ, ਤੈਨੂੰ ਸਾਈਕਲ ਚਲਾਉਣਾ ਸਿਖਾਇਆ, ਤੈਨੂੰ ਹਰ ਚੀਜ਼ ਸਿਖਾਈ। ਉਹ ਕਹਿੰਦਾ ਬਈ ਤੁਹਾਨੂੰ ਤਾਂ ਪਤਾ ਕੁਛ ਨਹੀਂ, ਫਿਰ ਕੀ ਕਰੋਗੇ ਤੁਸੀਂ? ਇਹੋ ਤੇ ਸੱਚ। ਔਰ ਇਹਦੇ ਬਾਵਜੂਦ ਵੇਲੋ ਮੋਹ, ਬੰਦਾ ਫੇਰ ਉੱਥੇ ਜਾਣਾ ਚਾਹੁੰਦਾ, ਔਰ ਬੰਦਾ ਵੇਂਦਾ ਵੀ ਨਹੀਂ ਲਾਗੇ ਬਣੇ ਕਿ ਲੋਕਾਂ ਨਾਲ ਕੀ ਹੋਣ ਦਿਆ। ਉਹ ਸੋਚਦਾ ਕਿ ਮੇਰੇ ਨਾਲ ਕੁਛ ਐਂ ਡਿਫਰੈਂਟ ਹੋਊਗਾ। ਰਾਜਾ ਹਿਊ ਵਾਲਾ ਹਿਸਾਬ ਆ। ਬਿਲਕੁਲ ਸਹੀ ਗੱਲ ਆ। ਬਸ ਇਹ ਰਾਜਾ ਹਿਊ ਸੀ, ਉਹਨੂੰ ਵਹਿਮ ਸੀ ਕਿ ਪਤਾ ਨਹੀਂ ਮੇਰੇ ਨਾਲ ਕੀ ਹੋਣਾ, ਮੈਂ ਤੇ ਇੰਨਾ ਦਾਨ ਪੁੰਨ ਕੀਤਾ, ਔਰ ਬੰਦਾ ਵੀ ਇਸੇ ਚੱਕਰਾਂ 'ਚ ਬੈਠਾ। ਉਹ ਕਹਿੰਦਾ ਤੈਨੂੰ ਕੁਛ ਨਹੀਂ ਪ੍ਰਾਪਤ, ਤੈਨੂੰ ਗਿਆਨ ਹੀ ਨਹੀਂ ਹੈਗਾ, ਤੂੰ ਕੋਈ ਭਗਤੀ ਨਹੀਂ ਕੀਤੀ, ਕੋਈ ਚੰਗਿਆਈ ਤੇਰੇ ਪ੍ਰਾਣਾਂ 'ਚੋਂ ਪ੍ਰਗਟ ਨਹੀਂ ਹੋਈ, ਤੈਨੂੰ ਕਿਸੇ ਨੇ ਕਹਿਤਾ ਤੂੰ ਓਦਾਂ ਕਰਨਾ ਸ਼ੁਰੂ ਕਰਤਾ। ਔਰ ਅੱਜ ਵੇਖੋ ਤੁਸੀਂ, ਲੋਕਾਂ ਦੇ ਘਰਾਂ 'ਚ ਜਾਓ, ਲੋਕਾਂ ਦੀਆਂ ਦੁਕਾਨਾਂ 'ਚ ਜਾਓ, ਲੋਕਾਂ ਦੇ ਗਲ ਵੇਖ ਲਓ, ਦੁਨੀਆ ਭਰ ਦੇ ਲੌਕਟ ਤੇ ਫੋਟੋਆਂ ਨਾਲ ਭਰੇ ਹੋਏ। ਤੇ ਜੇ ਕੋਈ ਧਾਰਮਿਕ ਇਨਸਾਨ, ਉਹਨਾਂ 'ਚ ਕੋਈ ਵੀ ਨਹੀਂ ਹੈਗਾ। ਇੱਥੇ ਧਾਰਮਿਕ ਇਨਸਾਨ ਹੈਗਾ ਕੋਈ ਦਿਖਿਆ ਤੁਹਾਨੂੰ ਅਜੇ ਤੱਕ? ਕਿੰਨੇ ਕੁ ਬ੍ਰਹਮ ਗਿਆਨੀ ਮਿਲੇ ਤੁਹਾਨੂੰ? ਜੇਕਰ ਸੱਚੀ ਇਹ ਬ੍ਰਹਮ ਗਿਆਨੀ ਕੋਈ ਬੰਦਾ ਪੈਦਾ ਕਰ ਸਕਦਾ ਹੈ, ਜੇ ਕੋਈ ਸੰਤ ਪੈਦਾ ਕਰ ਸਕਦਾ, ਜਾਂ ਆਹ ਕਥਾਵਾਚਕ ਪੈਦਾ ਕਰ ਸਕਦਾ, ਤੁਸੀਂ ਦੱਸੋ ਕਿ ਤੁਹਾਨੂੰ ਜ਼ਿੰਦਗੀ 'ਚ ਕੋਈ ਪੁਰਖ ਮਿਲਿਆ? ਇੰਨੇ ਸਾਲ ਹੋ ਗਏ ਤੁਸੀਂ ਜਿੱਥੇ ਮਰਜ਼ੀ, ਫਿਰ ਸਾਡੇ ਗਰੁੱਪ 'ਚ ਵੀ ਕੋਈ ਬੰਦੇ ਹੋਣਗੇ ਜਿਨ੍ਹਾਂ ਦਾ ਕੋਈ ਫਿਜ਼ੀਕਲੀ ਗੁਰੂ ਹੋਊਗਾ, ਜਿਹਨੂੰ ਉਹ ਬਾਬਾ ਕਹਿੰਦੇ ਨੇ, ਕੋ ਨਾਮਦਾਨ ਲਿਆ ਜਾਂ ਕੁਛ ਵੀ ਲਿਆ। ਆਪ ਜਸਟ ਸੋਚੋ ਕਿ ਸਾਰੀ ਜ਼ਿੰਦਗੀ ਦੇ ਵਿੱਚ ਤੁਸੀਂ ਕੋਈ ਐਸਾ ਬੰਦਾ ਮਿਲਿਆ ਜਿਹਦੇ ਪੱਲੇ ਕੁਛ ਹੈਗਾ? ਨਹੀਂ, ਮੁਸ਼ਕਲ ਆ। ਆਪ ਉਹ ਚੀਜ਼ ਨੂੰ ਸਮਝੋ। ਉਹਦਾ ਕਾਰਨ ਪਤਾ ਕੀ ਆ? ਉਹਦਾ ਕਾਰਨ ਬੜਾ ਕਲੀਅਰ। ਮੈਂ ਜਾਣਾ ਚਾਹੁੰਦਾ ਦਿੱਲੀ, ਪਰ ਮੈਂ ਬੈਠਾ ਚੰਡੀਗੜ੍ਹ ਦੀ ਬੱਸ 'ਚ। ਮੈਂ ਨਹੀਂ ਦਿੱਲੀ ਪਹੁੰਚਣਾ। ਮੈਂ ਚਾਹੁੰਦਾ ਵਾਂ ਦਿੱਲੀ ਜਾਣਾ, ਮੈਂ ਟਿਕਟ ਵੀ ਲਈ ਆ, ਪਰ ਮੈਂ ਗਲਤ ਬੱਸ 'ਚ ਬੈਠਾ ਵਾਂ। ਗੋਰਖੀ ਸਾਹਿਬ, ਚੰਡੀਗੜ੍ਹ ਦੀ ਬੱਸ 'ਚ ਬੈਠੇ ਹੋ ਤਾਂ ਵੀ ਜਿਹੜਾ ਹੈਗਾ ਦਿੱਲੀ ਵੱਲ ਨੂੰ ਥੋੜਾ ਨੇੜਤਾ ਹੋ ਜੂਗੀ, ਪਰ ਬੈਠੇ ਤਾਂ ਆਪਾਂ ਜਿਹੜੇ ਹੈਗੇ ਲਾਹੌਰ ਵਾਲੀ ਬੱਸ 'ਚ ਆ। ਹਾਂ, ਉਲਟ ਸਾਈਡ ਤੇ ਜਾ ਰਹੇ। ਪਾਣੀ ਵਿੱਚ ਇਹ ਸਮਝਾਇਆ, ਪਰ ਬੰਦਾ ਵੇਖ ਲਓ ਇੰਨਾ ਮੂਡ ਆ, ਕਹਿੰਦੇ ਸਮਝਦਾ ਨਹੀਂ। ਆ ਕਬੀਰ ਜੀ ਦੀ ਬਾਣੀ ਨੂੰ ਕੌਣ ਸੁਣਨਾ ਚਾਹੁੰਦਾ? ਕਿੱਥੇ ਕਿਤੇ ਵਿਚਾਰ ਕੀਤੀ? ਕਬੀਰ ਜੀ ਦੇ ਉਹੀ ਦੋਰੇ ਗਾਉਂਦੇ ਨੇ, ਉਹੀ ਸੁਣਾਉਂਦੇ ਨੇ, ਜਿੱਥੇ ਬਸ ਲਾਈਟ ਗੱਲਾਂ ਕਹੀਆਂ ਨੇ। ਅੱਜ ਇੱਥੇ ਡੀਪ ਗੱਲਾਂ ਕੀਤੀਆਂ, ਉੱਥੇ ਤੇ ਕੋਈ ਵਹਿੰਦਾ ਨਹੀਂ। ਉਹਨਾਂ ਪੰਨਿਆਂ ਤੇ ਖਾਸ ਕਰਕੇ ਵਰਜਿਤ ਕੀਤਾ ਹੋਇਆ ਕਿ ਇਹਨਾਂ ਪੰਨਿਆਂ ਨੂੰ ਤੁਸੀਂ ਹੱਥ ਹੀ ਨਹੀਂ ਲਾਉਣਾ, ਕਿਉਂਕਿ ਇਹ ਬਾਣੀ ਜਦੋਂ ਵੀ ਬਾਹਰ ਆ ਗਈ ਨਾ, ਉੱਥੇ ਫਿਰ ਗੜਬੜ ਹੋ ਜਾਏਗੀ। ਫਿਰ ਉਹਨੇ ਬਾਣੀ ਨੇ ਛੱਡਣਾ ਨਹੀਂ। ਬਾਣੀ ਤੇ ਜਿਹੜਾ ਵੀ ਆਗਲ ਲਪੇਟ ਦਿੰਦੀ ਹੈ ਬਾਣੀ। ਹਾਂਜੀ ਠੀਕ ਹੈ ਨਿਜਾ ਸਾਹਿਬ, ਅਗਲੀ ਤੋਂ ਬੋਲੋ। ਬਿਲਕੁਲ ਕਹਿਣਾ ਚਾਹੁੰਦੇ ਆਪ? ਮੈਂ ਤਾਂ ਥੋੜਾ ਜਿਹਾ ਹੀ ਕਹਿਣਾ ਚਾਹੁੰਦਾ, ਪਰ ਪਤਾ ਨਹੀਂ ਕਵਾਂ ਕਿ ਨਾ ਕਵਾਂ। ਦੇਖੋ, ਇਹ ਜਿਹੜਾ ਨਿਤਨੇਮ ਕਿਹਾ ਨਾ, ਥੋੜਾ ਜਿਹਾ ਜਿਹੜਾ ਕਿ ਇੰਨਾ ਕੁ ਨਿਤਨੇਮ ਆਹੀ ਪਾਣੀ ਆ, ਰੋਜ਼ ਪੜ੍ਹਨੀ ਆ ਆਪਾਂ ਨੇ ਇਹੀ। ਤੇ ਪੂਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਹੈਗਾ
ਉਹਦੇ 'ਚ ਤੇ ਉਹਨਾਂ 'ਚ ਫਰਕ ਹੈਗਾ ਕੋਈ ਭਾਈ? ਉਹਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤਾਂ ਉਹ ਬਾਣੀਆਂ ਲਈਆਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖੋ ਹਰੇਕ ਜਗ੍ਹਾ 'ਤੇ ਉਹ ਬਾਣੀਆਂ ਫਿੱਟ ਕਰ ਲਓ, ਉੱਥੋਂ ਹੀ ਚੱਕੀਆਂ ਹੋਈਆਂ। ਉਹਨਾਂ ਨੂੰ ਲੈ ਕੇ ਜਿਹੜਾ ਹੈਗਾ ਆਪਾਂ ਨੂੰ ਕਹਿੰਦੇ ਆਹ ਨਿਤਨੇਮ ਰੋਜ਼ ਕਰਨਾ ਹੈ। ਆ ਪੂਰਾ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਨਾ ਭਾਈ। ਇਹ ਜਿਹੜਾ ਹੈਗਾ ਦੇਖੋ ਕਿੰਨਾ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ, ਮੈਂ ਤਾਂ ਇਹਨੂੰ ਮਿਸਗਾਈਡ ਸਮਝੂੰਗਾ ਭਾਈ, ਕਿ ਮਿਸਗਾਈਡ ਕਰ ਰਹੇ ਆ, ਮਿਸਗਾਈਡ ਹੋ ਰਹੇ ਆ ਆਪਾਂ ਭਾਈ। ਜੀਵਨ ਆਪਣਾ ਹੈ, ਸਵਾਸ ਆਪਣੇ ਆ, ਕਾਹਦੇ ਵਾਸਤੇ ਜਿਹੜਾ ਹੈਗਾ ਆਪਾਂ ਗਿਆਨ ਲਈਏ। ਉਹਨੇ ਉਸ ਬਾਣੀ ਨੇ ਵੀ ਉਹੀ ਕਹਿਣਾ ਹੈ ਜਿਹੜੀ ਆਹ ਬਾਣੀ ਕਹਿ ਰਹੀ ਹੈ ਬਈ, ਸੇਮ ਗੱਲ ਤਾਂ ਉਹੀ ਨਿਕਲਣੀ, ਕਿਉਂਕਿ ਗੱਲ ਬ੍ਰਹਮ ਬਾਣੀ, ਉਹ ਵੀ ਬ੍ਰਹਮ ਬਾਣੀ, ਆ ਵੀ ਬ੍ਰਹਮ ਬਾਣੀ ਹੈਗੀ। ਤੇ ਕਾਰਵਾਈ ਤਾਂ ਆਪਾਂ ਨੂੰ ਕਰਨ, ਉਹ ਵੀ ਬਾਣੀ ਕਰੀ। ਨਿਤਨੇਮ ਕਰਾਂਗੇ ਤੇ ਨਿਤਨੇਮ ਕਿਹੜਾ ਪਾਲ 'ਚ ਨਿਤਨੇਮ ਉਹੀ ਕੰਮ ਕਰਨ ਨੂੰ ਕਹਿ ਰਿਹਾ, ਧਿਆਨ ਸਿਮਰਨ ਕਰਨ ਨੂੰ, ਅੰਦਰ ਵੜਨ ਨੂੰ ਕਹਿ ਰਿਹਾ ਭਾਈ। ਉਹ ਬਾਣੀ ਨਿਤਨੇਮ ਰਹਿ ਰਸ ਪਾਠ ਕਰੋ, ਭਈ ਪ੍ਰਾਪਤ ਮਾਨੁਖ ਦੇ ਹੋ ਰਿਆ, ਗੋਬਿੰਦ ਮਿਲਨ ਕੀ ਤੇਰੀ ਬਰੀਆ, ਅਬਰ ਕਾਰ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਆ ਲਓ ਦੇਖ ਲਓ, ਬਿਲਕੁਲ ਸੇਮ ਕ੍ਰਿਸਟਲ ਕਲੀਅਰ ਗੱਲ ਹੈਗੀ ਆ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਜਪ ਬਾਣੀ ਲੈ ਲਓ, ਕੋਈ ਵੀ ਬਾਣੀ ਲੈ ਲਓ, ਇਹੀ ਕੁਛ ਕਹਿਣਾ ਹੈ। ਫਿਰ ਵੀ ਆਪਾਂ ਜਿਹੜੇ ਹੈਗੇ, ਫਿਰ ਵੀ ਨੇ ਜਿਹੜੇ ਹੈਗੇ ਉਹ ਨਿੱਤ ਕਰਕੇ ਨੇਮ ਜਿਹੜਾ ਹੈਗਾ ਆਪਾਂ ਆਹ ਕੰਮ ਨਹੀਂ ਕਰਦੇ। ਫਿਰ ਵੀ ਦੇਖ ਲਓ ਕਿੰਨਾ ਕਿ ਜਿਹੜਾ ਹੈਗਾ ਇਹ ਕਿਸ ਤਰ੍ਹਾਂ ਆਪਾਂ ਮਿਸਗਾਈਡ ਹੋਏ ਪਏ ਹਾਂ। ਕਿਵੇਂ ਮਿਸਗਾਈਡ ਹੋਏ ਪਏ ਹਾਂ ਭਾਈ? ਭਗਤੀ ਜਿਹੜੀ ਆਪਾਂ ਕਰ ਹੀ ਨਹੀਂ ਰਹੇ, ਆਪਾਂ ਤਾਂ ਪਰਿਭਾਸ਼ਾ ਹੀ ਲਈ ਜਾ ਰਹੇ ਹਾਂ, ਭਗਤੀ ਦੀ ਡੈਫੀਨੇਸ਼ਨ ਹੀ ਲੈ ਰਹੇ। ਭਗਤੀ ਕਹਿੰਦੇ ਕਿਹਨੂੰ ਆ? ਇਹੀ ਜਿਹੜਾ ਨਹੀਂ ਬੁੱਝ ਪਾ ਰਹੇ, ਇਹੀ ਨਹੀਂ ਬੁੱਝ ਪਾ ਰਹੇ। ਮਾਫ ਕਰਨਾ ਥੋੜ੍ਹਾ ਜਿਹਾ ਜਿਹੜਾ ਹੈਗਾ ਮੈਂ ਥੋੜ੍ਹਾ ਓਵਰ ਹੋ ਗਿਆ, ਪਰ ਫਿਰ ਵੀ ਜਿਹੜਾ ਸੱਚਾਈ ਇੱਥੇ ਹੀ ਹੈ ਭਾਈ। ਦਿਸ ਇਜ਼ ਦੀ ਪਲੇਸ ਵੇਅਰ ਦੀ ਸ਼ੂ ਪਿੰਚਸ। ਗੁਰ ਪ੍ਰਸਾਦ ਜਿਹ ਬੂਝਿਆ, ਆਸਾ ਤੇ ਪਿਆ ਨਿਰਾਸ। ਜਿਸ ਨੇ ਜਿਹੜਾ ਬੁੱਝ ਲਿਆ ਗੁਰੂ ਦੀ ਕਿਰਪਾ ਦੇ ਨਾਲ, ਉਹ ਆਪਣੇ ਵਿਚਾਰ ਬੰਦ ਕਰੂਗਾ ਭਾਈ। ਸਭ ਤੋਂ ਪਹਿਲਾ ਕੰਮ ਉਹ ਆਪਣੇ ਅੰਦਰ ਵੜੂਗਾ, ਵਿਚਾਰ ਬੰਦ ਕਰੂਗਾ। ਇਹ ਆਸ਼ਾਵਾਂ, ਇਹ ਮਨ ਦੀਆਂ ਆਸਾ ਕੀ ਹੁੰਦੀ ਆ? ਪਹਿਲਾਂ ਆਸਾ ਮਨਸਾ ਹੁੰਦੀ ਹੈ ਭਾਈ। ਪਹਿਲਾਂ ਇੱਛਾ ਹੋ ਜਾਂਦੀ ਹੈ ਅੰਦਰ, ਪਦਾਰਥਾਂ ਦੀ, ਸੰਸਾਰ ਦੀ, ਆਕਾਰ ਦੀ, ਪਰਿਵਾਰ ਦੀ। ਉਹ ਇੱਛਾ ਜਿਹੜੀ ਹੈਗੀ, ਉਹ ਇੱਛਾ ਆਸ ਪੈਦਾ ਕਰਦੀ ਹੈ। ਇੱਛਾ ਹੋ ਗਈ ਵੀ ਆਹ ਚੀਜ਼ ਚਾਹੀਦੀ ਹੈ, ਬਸ ਫਿਰ ਉਹਦੇ ਵਾਸਤੇ ਆਸ ਹੋ ਗਈ ਵੀ ਕਦੋਂ ਮਿਲੂਗੀ। ਕਹਿੰਦੇ ਇਸ 'ਚੋਂ ਨਿਰਾਸ਼ ਹੋ ਜਾਂਦਾ ਹੈ, ਆਪਣੇ ਵਿਚਾਰਾਂ ਤੋਂ ਨਿਰਾਸ਼ ਹੋ ਜਾਏਗਾ ਉਹ ਇਨਸਾਨ। ਗੁਰ ਪ੍ਰਸਾਦ ਜਿਹ ਬੁਝੇ, ਜਿਹਨੇ ਬੁੱਝ ਲਿਆ ਉਹ ਆਪਣੇ ਅੰਦਰ ਵੜੂਗਾ, ਆਪਣੇ ਵਿਚਾਰ ਛੱਡੂਗਾ। ਸਭ ਤੋਂ ਪਹਿਲਾਂ ਸਭ ਸੱਚ ਨਦਰੀ ਆਇਆ, ਜੋ ਆਤਮ ਭਇਆ ਉਦਾਸ। ਦੇਖ ਲਓ ਆਪਣੇ ਅੰਦਰ ਉਦਾਸ ਹੋ ਗਿਆ, ਆਤਮਾ ਦੇ ਵਿੱਚ ਉਦਾਸੀ ਆ ਗਈ। ਬਾਹਰ ਦੀ, ਸੰਸਾਰ ਦੀ, ਆਕਾਰ ਦੀ ਉਦਾਸੀ ਆ ਗਈ। ਇਹ ਜਿਹੜਾ ਹੈਗਾ ਆਸਾ ਮਨਸਾ ਬੰਦ ਨਹੀਂ ਪਾਈ, ਕਰਮ ਧਰਮ ਬੰਦਕਾਰੀ। ਸਭ ਸੱਚ ਨਦਰੀ ਆਇਆ, ਸਾਰਾ ਉਹਨੂੰ ਫਿਰ ਸੱਚ ਜਿਹੜਾ ਪਤਾ ਲੱਗੂਗਾ ਵੀ ਸੱਚ ਤਾਂ ਆਏਗਾ। ਪਰਮਾਤਮਾ ਤਾਂ ਹਰ ਜਗ੍ਹਾ 'ਤੇ ਹੈ, ਮੈਂ ਤਾਂ ਮਾਲਕ ਪਰਮਾਤਮਾ ਦੇ ਅੰਦਰ ਹੀ ਹੈਗਾ, ਮੇਰੇ ਅੰਦਰ ਹੀ ਬੈਠਾ ਹੈ ਉਹ ਮਾਲਕ ਪਰਮਾਤਮਾ ਦਾ। ਸਭ ਸੱਚ ਨਜ਼ਰੀ ਆਇਆ, ਜੋ ਆਤਮ ਭਇਆ ਉਦਾਸ। ਆਤਮਾ ਦੇ ਵਿੱਚ ਆਪਣੇ ਅੰਦਰ ਵੜਿਆ ਪਾਏ, ਬਾਹਰੋਂ ਆਪਣੇ ਆਪ ਉਦਾਸ ਹੋ ਗਿਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਵੇਖੋ ਉੱਪਰਲੀ ਤੋਂ ਵੀ ਲਿਖਿਆ ਗੁਰ ਪ੍ਰਸਾਦ ਦੀ ਜੈ ਬੂਝਿਆ, ਆਸਾ ਤੇ ਪਿਆ ਨਿਰਾਸ਼। ਦੇਖੋ ਆਪਾਂ ਇਛਾਵਾਂ ਕਰਦੇ ਹਾਂ, ਸਾਡੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ, ਸਾਡੀਆਂ ਇਛਾਵਾਂ ਨਹੀਂ ਪੂਰੀਆਂ ਹੋ ਸਕਦੀਆਂ। ਜਿਹੜੀਆਂ ਆਪਾਂ ਇਛਾਵਾਂ ਕਰਕੇ ਬੈਠੇ ਨਾ, ਉਹਨੂੰ ਪਤਾ ਨਹੀਂ ਕਿੰਨੇ ਜਨਮ ਲੱਗ ਜਾਣੇ ਆ। ਬਹੁਤ ਜ਼ਿਆਦਾ ਵੱਡੀ ਲਿਸਟ ਹੈ। ਜ਼ਰੂਰਤ ਪੂਰੀ ਹੋ ਸਕਦੀ, ਜ਼ਰੂਰਤ ਤੁਹਾਡੀ ਕਿਤੇ ਕਿੰਨੀ ਕਿ 25-30 ਹਜ਼ਾਰ ਰੁਪਏ ਮਹੀਨੇ ਦਾ ਚਾਹੀਦਾ ਸਰ। ਸਾਲ ਦਾ ਮਲਟੀਪਲਾਈ ਕਰ ਲਓ, 3 ਲੱਖ ਰੁਪਏ, 10 ਸਾਲਾਂ ਦਾ 30 ਲੱਖ, 5-7 ਲੱਖ ਬਿਮਾਰੀ ਦਾ ਲਾ ਲਓ। ਪਰ ਤੁਸੀਂ ਕਰੋੜ ਵੀ ਕਮਾ ਕੇ 2 ਕਰੋੜ ਵੀ ਮਹੀਨੇ ਦਾ ਕਮਾਇਆ, ਤੁਹਾਡੇ ਮਨ 'ਚ ਆਉਣਾ ਹੀ ਆਸਾ ਹੋ ਜਾਣੀ ਹੈ ਕਿ ਨਹੀਂ ਮੈਨੂੰ 4 ਕਰੋੜ ਚਾਹੀਦਾ। ਇੱਕ ਦੁਨੀਆ ਦਾ ਸਭ ਤੋਂ ਵੱਡਾ ਇੱਕ ਅਮੀਰ ਆਦਮੀ ਮਰ ਲੱਗਾ ਤੇ ਉਹਨੂੰ ਕਹਿਣ ਲੱਗੇ ਕਿ ਤੁਸੀਂ ਪਤਾ ਨਹੀਂ 20-25 ਬਿਲੀਅਨ ਇਕੱਠਾ ਕਰ ਲਿਆ ਤੇ ਤੁਸੀਂ ਤੇ ਬੜੀ ਖੁਸ਼ੀ ਨਾਲ ਮਰ ਰਹੇ ਹੋਗੇ। ਇੰਨਾ ਕਾਹਦਾ ਮਰਨਾ ਸੀ? ਮੇਰੀ ਇੱਛਾ ਸੀ ਕਿ ਮੈਂ 40 ਬਿਲੀਅਨ ਇਕੱਠਾ ਕਰਦਾ। ਨਿਜੋ ਸਾਹਿਬ ਆਪ ਜਸਟ ਸੋਚੋ, 20 ਬਿਲੀਅਨ ਦਾ ਮਤਲਬ ਪਤਾ ਨਹੀਂ ਕਿੰਨੇ ਸ਼ਹਿਰ ਤੇ ਖਰੀਦ ਸਕਦੇ ਜੀ। ਉਹ ਕਹਿੰਦਾ ਮੈਨੂੰ 40 ਚਾਹੀਦੇ ਸੀ। ਅਜੇ ਵੀ ਇੱਛਾ ਹੋਰ ਕਹਿੰਦਾ ਮੈਂ ਉਦਾਸ ਹੋ ਕੇ ਮਰ ਰਿਹਾ, ਮੈਨੂੰ ਘਾਟਾ ਪੈ ਗਿਆ, ਕਰ ਲਓ ਗੱਲ। ਤੇ ਅਸੀਂ ਤੇ ਤੁਸੀਂ ਕਿੱਥੇ ਬੈਠੇ? ਬਹੁਤ ਛੋਟੀ ਗੱਲ ਹੋ ਗਈ। ਅੱਛਾ ਕਹਿੰਦੇ ਕਿ ਸਭ ਸੱਚ ਨਜ਼ਰ ਆਇਆ,
ਜਿਉ ਆਤਮ ਭਇਆ ਉਦਾਸ। ਹੁਣ ਜਿੰਨਾ ਚਿਰ ਤੁਸੀਂ ਦੇਖੋ ਜਿੰਨਾ ਚਿਰ ਤੱਕ ਤੁਹਾਨੂੰ ਆਤਮਾ ਤੱਤ ਦੀ ਛੂਹ ਪ੍ਰਾਪਤ ਨਹੀਂ ਨਾ ਹੋਈ, ਉਹਨਾਂ ਚਿਰ ਤੱਕ ਤੁਸੀਂ ਉਦਾਸੀ ਨਹੀਂ ਹੋ ਸਕਦੇ। ਬਿਲਕੁਲ। ਜੇ ਮੇਰੇ 'ਚ ਭੁੱਖ ਹੈਗੀ ਨਾ, ਇਹਦਾ ਮਤਲਬ ਕਿ ਮੈਨੂੰ ਕੁਛ ਨਹੀਂ ਜੋ ਪਤਾ, ਨਾ ਮੇਰੇ ਪੱਲੇ। ਜੇ ਮੇਰੇ ਕੁਛ ਪੱਲੇ ਆ ਜਾਂ ਤੁਹਾਡੇ ਕੁਛ ਪੱਲੇ ਆ, ਤੇ ਇਹਦਾ ਮਤਲਬ ਇਹ ਸੰਸਾਰ ਤੁਹਾਨੂੰ ਖਿੱਚ ਨਹੀਂ ਜੋ ਸਕਦਾ। ਬਹੁਤ ਔਖਾ, ਕਿਉਂਕਿ ਜਦੋਂ ਧਰਤੀ ਦੀ ਗ੍ਰੈਵਿਟੇਸ਼ਨ 'ਚ ਕੋਈ ਚੀਜ਼ ਆ ਜਾਂਦੀ ਹੈ, ਫਿਰ ਬਾਹਰ ਨਹੀਂ ਜਾਂਦੀ, ਅੰਦਰ ਹੀ ਰਹਿ ਜਾਂਦੀ। ਇਸੇ ਤਰ੍ਹਾਂ ਜਿੰਨਾ ਚਿਰ ਤੱਕ ਸਾਡੇ ਜੀਵਨ 'ਚ ਉਦਾਸੀ ਨਹੀਂ ਆਉਂਦੀ, ਉਹਨਾਂ ਚਿਰ ਤੱਕ ਸਾਨੂੰ ਕੁਛ ਵੀ ਨਹੀਂ ਜੋ ਪਤਾ ਲੱਗਣਾ। ਉਦਾਸੀ ਜਿਹੜੀ ਆ ਉਦੋਂ ਆਉਣੀ ਆ ਜਦੋਂ ਸਾਡਾ ਬ੍ਰਹਮ ਦੇ ਨਾਲ ਸੰਬੰਧ ਜੁੜਿਆ। ਔਰ ਬ੍ਰਹਮ ਦੇ ਨਾਲ ਜੁੜਨ ਦੇ ਨਾਲ ਨਿਸ਼ਾਨੀ ਇਹੋ ਆ, ਤੁਸੀਂ ਸੰਸਾਰ ਤੋਂ ਉਪਰਾਮ ਹੋ ਜਾਓਗੇ, ਸੰਸਾਰ ਤੋਂ ਭਗੌੜੇ ਨਹੀਂ ਹੋ ਜਾਓਗੇ, ਰਹੋਗੇ ਸੰਸਾਰ 'ਚ। ਤੇ ਆਸਾ ਤੇ ਮਨਸਾ ਜਿਹੜੀਆਂ ਦੋ ਚੀਜ਼ਾਂ ਨਾ, ਇਹ ਮਰ ਜਾਣਗੀਆਂ। ਇਹ ਬਿਲਕੁਲ ਸੱਚ ਆ। ਕਈ ਲੋਕ ਇਹ ਸੋਚਦੇ ਆ ਕਿ ਸ਼ਾਇਦ ਜੇ ਮਰ ਜਾਣਗੇ ਤੇ ਜੀਵਨ ਕਿੱਦਾਂ ਬਤੀਤ ਕਰਾਂਗੇ। ਜੀਵਨ 'ਚ ਥੋੜੀ ਕੋਈ ਫਰਕ ਪੈਣਾ, ਤੁਸੀਂ ਕੰਮ ਫੈਕਟਰੀ ਉਸੇ ਤਰ੍ਹਾਂ ਹੀ ਚਲਾਉਣੀ ਆ। ਪਰ ਅੰਦਰ ਜਿਹੜੀ ਸਪੀਡ ਫੜੀ ਸੀ ਨਾ ਅੰਦਰ ਚਿੱਤ ਦੇ ਵਿੱਚ, ਉਹ ਸਟਾਪ ਹੋ ਜਾਣੀ ਆ। ਬਾਕੀ ਸਾਰਾ ਕੁਝ ਚੱਲੂਗਾ, ਭੁੱਖ ਖਤਮ ਹੋ ਜਾਊਗੀ। ਕਿਉਂਕਿ ਤੁਹਾਨੂੰ ਬਹੁਤ ਮਹਿੰਗੀ ਚੀਜ਼ ਮਿਲ ਗਈ ਹੈ। ਔਰ ਮਿਲ ਗਈ ਤੇ ਇਹ ਨਹੀਂ ਕਿ ਤੁਸੀਂ ਆਪਣੇ ਆਪ ਨੂੰ ਸਮਝਾਓਗੇ ਕਿ ਨਹੀਂ ਏਦਾਂ ਨਹੀਂ ਕਰਨਾ, ਉੱਥੇ ਨਹੀਂ ਕਰਨਾ। ਇਹ ਬਾਈ ਪ੍ਰੋਡਕਟ ਆ। ਹੁਣ ਤੁਸੀਂ ਤੇ ਰੋਟੀ ਖਾ ਲਓ ਜਾਂ ਰੋਟੀ ਖਾ ਲਓ, ਰੋਟੀ ਖਾਣ ਤੋਂ ਬਾਅਦ ਤੁਹਾਨੂੰ ਫਿਰ ਕੋਈ ਨੀ ਭੁੱਖ ਲੱਗਦੀ, ਫਿਰ ਦੁਕਾਨਾਂ 'ਚ ਚੱਲ ਜਾਓ, ਕਿੰਨੀਆਂ ਮਰਜ਼ੀ ਸਵਾਦੀ ਚੀਜ਼ਾਂ ਹੋਣ ਤੁਹਾਡੇ ਸਾਹਮਣੇ, ਤੁਸੀਂ ਕਹਿਣਾ ਨਹੀਂ ਜੀ ਢਿੱਡ ਭਰ ਗਿਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ। ਔਰ ਇਹ ਜਿਹੜੀ ਭੁੱਖ ਜਿਹੜੀ ਆਪਣੀ ਮਰਦੀ ਆ, ਤ੍ਰਿਪਤੀ ਆਉਂਦੀ, ਸ਼ਾਂਤੀ ਆਉਂਦੀ, ਇਹ ਜਿਹੜਾ ਸਿਰਫ ਜਿਹੜਾ ਹੈਗਾ ਬਾਈ ਪ੍ਰੋਡਕਟ ਹੀ ਹੈਗਾ। ਇਹ ਵੀ ਇਹ ਹਾਲੇ ਮਾਲਕ ਪਰਮਾਤਮਾ ਦੇ ਰਸਤੇ ਤੇ ਚੱਲ ਰਹੇ ਆ ਆਪਾਂ, ਤੇ ਪਰਮਾਤਮਾ ਵੱਲੋਂ ਗਿਫਟ ਆਏ। ਹਾਂਜੀ ਵੀਰ ਜੀ। ਹਾਂ ਬਿਲਕੁਲ ਫ੍ਰੀ ਗਿਫਟ ਹੈ ਜੀ। ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਬਿਲਕੁਲ। ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਬਿਨ ਸੰਤੋਖ ਨਹੀਂ ਕੋਈ ਰਾਜ ਹੈ। ਬਿਲਕੁਲ ਸਹੀ ਗੱਲ ਹੈ। ਹਾਂਜੀ ਠੀਕ ਹੈ ਜੀ ਸਾਧ ਸੰਗਤ ਜੀ। ਤੇ ਇੱਥੇ ਚੀਜ਼ ਨੂੰ ਆਪਾਂ ਸਮਝੀਏ, ਕਹਿੰਦੇ ਨਾ ਕਿ ਸਭ ਸੱਚ ਨਜ਼ਰੀ ਆਇਆ, ਜੋ ਆਤਮ ਪਿਆ ਉਦਾਸ। ਹਾਂਜੀ, ਪਹਿਲਾਂ ਸੱਚ ਨਜ਼ਰ ਨਹੀਂ ਆਇਆ ਉਹਨਾਂ ਚਿਰ ਤੱਕ, ਜਿੰਨਾ ਚਿਰ ਤੱਕ ਆਤਮਾ ਤੱਤ ਦਾ ਗਿਆਨ ਨਹੀਂ ਹੋਇਆ। ਔਰ ਜਦੋਂ ਆਤਮ ਤੱਤ ਦਾ ਗਿਆਨ ਹੋਇਆ, ਮਾਈਕ ਏਕਮ ਜੀ, ਮਾਈਕ ਤੁਹਾਡਾ ਬੰਦ ਕੀ ਚਾਲੂ ਕਰ ਰਹੇ, ਕੈਮਰਾ ਬੰਦ ਕਰ ਦੋ। ਤੇ ਸਭ ਸੱਚ ਨਜ਼ਰੀ ਆਇਆ ਜਿਉ ਆਤਮ ਭਇਆ ਉਦਾਸ। ਔਰ ਜਦੋਂ ਤੁਸੀਂ ਆਪਣੀ ਸੁਰਤੀ ਨੂੰ ਆਤਮ ਤੱਤ 'ਚ ਲੈ ਗਏ, ਤੇ ਇਹ ਜਿਹੜਾ ਸੰਸਾਰ ਹੈ, ਇਹਦੇ ਵਿੱਚ ਤੁਹਾਨੂੰ ਪ੍ਰਮਾਤਮਾ ਦੇ ਦਰਸ਼ਨ ਹੋਣੇ, ਸੱਚ ਨਜ਼ਰ ਆਵੇਗਾ। ਬਿਲਕੁਲ। ਹਜੇ ਨਹੀਂ ਹੁੰਦਾ, ਹਜੇ ਕਿੱਥੇ ਹੁੰਦਾ। ਤੁਸੀਂ ਤੇ ਇੰਨੇ ਵਾਰ ਗੱਡੀ ਚਲਾਉਂਦੇ ਜੋ ਵੇਖਦੇ ਨਹੀਂ ਥੱਲੇ ਕੌਣ ਆ ਗਿਆ, ਕਿਹੜਾ ਮੈਂ ਬੱਕਰੀ ਨੂੰ ਮੈਂ ਕਰਦੇ ਆਪਾਂ ਸਾਰਾ ਜੀਵਨ ਬਤੀਤ ਕਰ ਦਿੰਦੇ ਆ। ਕਹਿੰਦੇ ਜਿੱਦਣ ਤੈਨੂੰ ਆਤਮ ਤੱਤ ਦੀ ਛੋਹ ਪ੍ਰਾਪਤ ਹੋਈ ਤੇ ਤੈਨੂੰ ਸੱਚ ਨਜ਼ਰ ਆਊਗਾ। ਸੱਚ ਦਾ ਮਤਲਬ ਤੈਨੂੰ ਬ੍ਰਹਮ ਨਜ਼ਰ ਆਊਗਾ, ਤੂੰ ਧੱਕਾ ਨਹੀਂ ਕਰ ਸਕਦਾ। ਬਿਲਕੁਲ ਸਹੀ ਗੱਲ ਆ, ਬਿਲਕੁਲ। ਹਰੇਕ ਦੇ ਅੰਦਰ ਬ੍ਰਹਮ ਨਜ਼ਰ ਆਊਗਾ। ਬ੍ਰਹਮ ਇਹ ਨਹੀਂ ਕਹਿੰਦਾ ਕਿ ਆਪਣਾ ਹੱਕ ਵੀ ਛੱਡ ਦਿਓ, ਇਹ ਵੀ ਚੀਜ਼ ਸਮਝਣ ਦੀ ਕੋਸ਼ਿਸ਼ ਕਰੋ। ਕੁਦਰਤ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਤੂੰ ਆਪਣਾ ਹੱਕ ਵੀ ਛੱਡ ਦੇ, ਕਿਉਂਕਿ ਫਿਰ ਪ੍ਰਕਿਰਤੀ 'ਚ ਗੜਬੜ ਹੋ ਜਾਊਗੀ ਨਾ, ਤੁਸੀਂ ਹੱਕ ਛੱਡ ਦੋਗੇ। ਉੱਥੇ ਹੱਕ ਵੀ ਲੈਣਾ ਵਾ, ਪਰ ਤੁਸੀਂ ਕਿਸੇ ਅਟੈਕ ਨਹੀਂ ਕਰਨਾ, ਤੁਸੀਂ ਸੁਰ ਦੇ ਵਿੱਚ ਰਹਿਣਾ, ਅਸੁਰ ਨਹੀਂ ਬਣਾ, ਰਾਖਸ਼ ਨਹੀਂ ਬਣਨਾ। ਹਾਂਜੀ ਠੀਕ ਹੈ ਜੀ, ਅੱਗੇ ਚਲੀਏ। ਆਖਰੀ ਬੰਦ ਆ ਗਿਆ, ਕਲੋਜ਼ਿੰਗ। ਰਾਮ ਨਾਮ ਰਸ ਚਾਖਿਆ, ਹਰ ਨਾਮਾ ਹਰ ਤਾਰ। ਕਹਿੰਦੇ ਮੈਨੂੰ ਰਾਮ ਦੇ ਨਾਮ ਦਾ ਰਸ ਆ ਗਿਆ, ਅੰਮ੍ਰਿਤ ਆ ਗਿਆ, ਮੈਂ ਚੱਖ ਲਿਆ ਇਹਨੂੰ। ਪਰਮੇਸ਼ਰ ਦਾ ਨਾਮ ਹਰ ਤਾਰ, ਇਹੀ ਹੈ ਪਰਮੇਸ਼ਰ ਦਾ ਤਾਰਨ ਦਾ ਤਰੀਕਾ, ਇਹੀ ਹੈ ਤਾਰਨ ਵਾਸਤੇ ਪਾਏ, ਇਹਦੇ ਦੁਆਰਾ ਹੀ ਤਰਿਆ ਜਾਣਾ, ਇਸੇ ਦੇ ਨਾਲ। ਰਾਮ ਨਾਮ ਰਸ ਚਾਖਿਆ, ਹਰ ਨਾਮਾ ਹਰ ਤਾਰ। ਕਹੋ ਕਬੀਰ ਕੰਚਨ ਭਇਆ, ਪ੍ਰਮ ਗਿਆ ਸਮੁੰਦਰੇ ਪਾਰ। ਕਬੀਰ ਜੀ ਕਹਿੰਦੇ ਪਾਰਸ ਨੂੰ ਛੋਹ ਲਿਆ ਨਾ, ਤੇ ਬਸ ਮੇਰਾ ਜਿਹੜਾ ਹੈਗਾ, ਮੈਂ ਕੰਚਨ ਹੋ ਗਿਆ, ਮੇਰੇ ਔਗੁਣ, ਮੇਰੀ ਮੈਲ ਨਿਕਲ ਗਈ।
ਕਹਿੰਦੇ ਭਰਮ ਮੇਰਾ ਚਲਾ ਗਿਆ, ਮਾਇਆ, ਟਰੈਪ, ਧੋਖਾ, ਜੋ ਮਾਲਕ ਨੇ ਚੋਗਾ ਪਾਇਆ ਸੀਗਾ ਉਹ ਗੰਡੋਆ ਸਾਰਾ ਖਤਮ ਹੋ ਗਿਆ, ਮਾਇਆ ਰੂਪੀ ਗੰਡੋਆ। ਕਹੋ ਕਬੀਰ ਕੰਚਨ ਪਿਆ, ਭਰਮ ਗਿਆ ਸਮੁੰਦਰ ਪਾਰ। ਭਰਮ ਸਮੁੰਦਰ ਦੇ ਪਾਰ ਚਲਾ ਗਿਆ। ਭਰਮ ਜਿਹੜਾ ਹੈ, ਜਿਹੜਾ ਅਭਿਆਸੀ ਹੈਗਾ ਉਹ ਸੰਸਾਰ ਦੀ ਯਾਤਰਾ ਪੂਰੀ ਕਰ ਲਈ ਉਹਨੇ। ਉਹ ਇਸ ਬ੍ਰਹਮ ਨੂੰ ਪਾਰ ਕਰਕੇ ਪਾਰ ਬ੍ਰਹਮ ਦੇ ਵਿੱਚ ਅਭੇਦ ਹੋ ਗਿਆ। ਭਰਮ ਗਿਆ ਸਮੁੰਦਰ ਪਾਰ, ਭਰਮ ਵੀ ਚਲਾ ਗਿਆ ਤੇ ਉਹ ਵੀ ਪਾਰ ਚਲਾ ਗਿਆ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉੱਪਰ ਕਹਿ ਰਹੇ ਨੇ ਕਿ ਰਾਮ ਨਾਮ ਰਸ ਚਾਖਿਆ, ਹਰ ਨਾਮਾ ਹਰ ਤਾਰ। ਤੇ ਦੇਖੋ ਜੇ ਤੁਸੀਂ ਰਾਮ ਦਾ ਨਾਮ ਨੂੰ ਚਖ ਲਿਆ, ਚਾਖਿਆ ਦਾ ਮਤਲਬ ਕੇਵਲ ਕਿਤਾਬੀ ਗਿਆਨ ਨਹੀਂ, ਉਹਨੂੰ ਖੁਦ ਅਨੁਭਵ ਕਰ ਲਿਆ। ਇੱਕ ਗੋਰਖੀ ਸਾਹਿਬ, ਇੱਕ ਸੈਕਿੰਡ ਪਲੀਜ਼, ਮੈਂ ਨਾ ਗਲਤ ਬੋਲ ਗਿਆ ਜੀ ਗੋਰਖੀ ਸਾਹਿਬ, ਗਲਤ ਥੋੜ੍ਹਾ ਜਿਹਾ ਇੱਕ ਅੱਖਰ ਜਿਹੜਾ ਹੈਗਾ ਮੈਂ ਦੇਖਿਆ ਨਹੀਂ ਧਿਆਨ ਨਾਲ, ਉਹਦੇ ਅਰਥ ਨਾ ਉਹਦੇ ਨਾਲ ਬਦਲ ਜਾਂਦੇ ਅਰਥ। ਕਿਉਂਕਿ ਇਹ ਜਿਹੜਾ ਦੇਖੋ ਰਾਮ ਨਾਮ ਰਸ ਚਾਖਿਆ, ਹਰ ਨਾਮਾ ਹਰ ਤਾਰ, ਹਰ ਜਿਹੜਾ ਵਰਡ ਹੈ ਉਹਦੇ ਚਰਾਰੇ ਨੂੰ ਸਿਆਰੀ ਨਹੀਂ ਲੱਗੀ ਹੋਈ। ਆਹ ਚੀਜ਼ ਸਿਆਰੀ ਨਹੀਂ ਮੈਂ ਦੇਖੀ। ਉਹਦੇ ਵੀ ਮੈਂ ਹਰ ਮਤਲਬ ਪਰਮਾਤਮਾ ਦੇ ਅਰਥ ਕਰ ਦਿੱਤੇ ਜਿਹੜੇ ਕਿ ਬਿਲਕੁਲ ਗਲਤ ਹੈਗੇ। ਹਰ ਦਾ ਮਤਲਬ ਹੈਗਾ ਹਰ ਤਰੀਕੇ ਦੇ ਨਾਲ, ਆਹੀ ਤਰਨ ਦੇ ਵਾਸਤੇ, ਆਹੀ ਹੈ ਜਹਾਜ਼, ਆਹੀ ਹੈ ਪਰਮੇਸ਼ਰ ਦਾ ਨਾਮ ਰਾਮ ਨਾਮ। ਹਰ ਨਾਮਾ ਹਰ ਤਾਰ, ਹਰ ਤਰੀਕੇ ਦੇ ਨਾਲ ਸੰਸਾਰ ਸਮੁੰਦਰ ਤੋਂ ਤਰਨ ਦਾ ਇੱਕੋ ਹੀ ਰਸਤਾ ਹੈਗਾ, ਉਹ ਹੈਗਾ ਪਰਮੇਸ਼ਰ ਦਾ ਨਾਮ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ। ਕਹਿੰਦੇ ਰਾਮ ਨਾਮ ਰਸ ਚਾਖਿਆ, ਰਸ ਚਾਖਿਆ ਹਰ ਨਾਮਾ ਹਰ ਤਾਰ। ਗੰਨੇ ਦਾ ਰਸ ਜਿਹੜਾ ਤੁਸੀਂ ਪੀਂਦੇ ਜੋ ਵੀ ਚੱਖੋਗੇ ਉਹਨੂੰ ਦੱਸੋਗੇ ਮਿੱਠਾ ਹੈ, ਕੌੜਾ ਹੈ, ਫਿੱਕਾ ਹੈ, ਕਿੱਥੋਂ ਪਤਾ ਲੱਗੂ? ਕਿਸੇ ਵੀ ਚੀਜ਼ ਦਾ ਰਸ ਚੱਖਣਾ ਹੈ, ਚੱਖਣੇ ਦਾ ਮਤਲਬ ਸਵਾਦ ਲੈਣਾ। ਹੁਣ ਜਿੰਨਾ ਚਿਰ ਤੁਸੀਂ ਸਵਾਦ ਨਹੀਂ ਲਓਗੇ ਤੇ ਗੱਲੀ ਪਤੀ ਤੇ ਕੁਝ ਵੀ ਨਹੀਂ ਪਤਾ ਕਰਨਾ। ਪਰ ਇਹ ਕਹਿੰਦੇ ਤੁਸੀਂ ਤੁਹਾਨੂੰ ਚੱਖਣ ਦੀ ਲੋੜ ਨਹੀਂ, ਅਸੀਂ ਚੱਖ ਲਿਆ, ਸਾਡੇ ਤੇ ਵਿਸ਼ਵਾਸ ਕਰੋ। ਬਸ ਅੱਖਾਂ ਬੰਦ ਕਰਕੇ ਪੱਟੀ ਬੰਨ ਕੇ ਬੈਠੇ ਰਹੋ ਭੀੜ ਦੇ ਵਿੱਚ, ਅਸੀਂ ਜਾਣਗੇ ਤੇ ਸਾਡਾ ਕੰਮ ਜਾਣੇ। ਤੇ ਫਿਰ ਉਹ ਕਹਿੰਦੇ ਅਸੀਂ ਬ੍ਰਹਮ ਗਿਆਨੀ ਹੈਗੇ। ਫਿਰ ਉਹਨੂੰ ਕਹੋ ਕਿ ਬਾਬਾ ਜੀ ਇੱਕ ਮਾਤਾ ਆਪਣੇ ਗਰੁੱਪ 'ਚ ਹੈਗੀ, ਚਲੋ ਨਾ ਬਾਬਿਆਂ ਦਾ ਨਾਂ ਨਹੀਂ ਲੈਣਾ ਮੈਂ, ਕਿਉਂਕਿ ਕਈ ਵਾਰੀ ਲੋਕਾਂ ਦੀ ਭਾਵਨਾ ਨੂੰ ਠੇਸ ਵੱਜਦੀ ਹੈ। ਪਰ ਇਸ ਦੀ ਪਰਵਾਹ ਕਰੀਏ ਤੇ ਫਿਰ ਤੁਰਨਾ ਬੜਾ ਔਖਾ ਹੈ। ਫਿਰ ਕਥਾ ਨਹੀਂ ਉਦਾਂ ਦੀ ਹੋਣੀ ਜਿੱਦਾਂ ਦੀ ਕਥਾ ਹੋਣੀ ਚਾਹੀਦੀ, ਫਿਰ ਤੇ ਉਹ ਹੋਰ ਹੀ ਕੁਛ ਬਣ ਜਾਣਾ। ਤੇ ਉਹ ਬਾਬਾ ਜੀ ਰਾਤੀ ਕਿਤੇ ਜਾਨਵਰ ਖੁੱਲ ਗਿਆ ਤਬੇਲੇ ਚੋਂ, ਤੇ ਉਹ ਮਾਤਾ ਵੀ ਉੱਥੇ ਕਹਿੰਦੀ ਰਹਿੰਦੀ, ਸ਼ਾਇਦ ਹੁਣੇ ਮਾਤਾ ਕਥੇ ਸੁਣਦੀ ਹੋਵੇ। ਤੇ ਉਹ ਬਾਬੇ ਨੇ ਬੰਦੂਕਾਂ ਕੱਢਣੀਆਂ ਅੰਦਰੋਂ, ਨਿੱਜਾ ਸਾਹਿਬ ਹੁਣ ਚੰਗੀ ਭਲੀ ਸੰਸਥਾ, ਉਹ ਪਤਾ ਨਹੀਂ ਕਿੰਨਾ 142 ਤੇ ਕੀ ਕੁਝ ਬਣਾ ਦਿੱਤਾ। ਹੁਣ ਉਹ ਬੰਦੂਕਾਂ ਕੱਢ ਲਈਆਂ ਤੇ ਮਾਤਾ ਵੀ ਉੱਥੇ ਬੈਠੀ। ਮਾਤਾ ਕਹਿੰਦੀ ਕਿ ਵੀ ਦੇਖੋ ਇੱਕ ਤੇ ਖੁੱਲਿਆ ਤੇ ਜਾਨਵਰ ਆ, ਉੱਥੇ ਤੁਸੀਂ ਸਾਰੇ ਬੰਦੂਕਾਂ ਕੱਢ ਲਏ, ਕੋਈ ਡਾਂਗਾ ਕੱਢ ਲਿਆ, ਕੋਈ ਕਿਰਪਾਨਾਂ ਕੱਢ ਲਿਆ, ਤੇ ਦੂਜੇ ਬੰਨੇ ਤੁਸੀਂ ਕਹਿੰਦੇ ਅਸੀਂ ਬ੍ਰਹਮ ਗਿਆਨੀ ਹੈਗੇ, ਸਾਨੂੰ ਸਾਰਾ ਗਿਆਨ ਹੈ, ਅਸੀਂ ਤੇ ਅੱਖਾਂ ਬੰਦ ਕਰਕੇ ਪਤਾ ਨਹੀਂ ਕੀ ਵੇਖ ਲਈਦਾ ਹੈ। ਤੁਹਾਨੂੰ ਇਹ ਨੀ ਪਤਾ ਲੱਗਾ ਕਿ ਮੱਝ ਖੁੱਲੀ ਹੈ। ਇਹ ਬਾਣੀ ਇਹੋ ਗੱਲ ਕਹਿੰਦੀ ਆ ਕਿ ਤੁਝੇ ਕਹਿੰਦੇ ਸਾਡੇ ਤੇ 9 ਨਿੱਧੀਆਂ 18 ਸਿੱਧੀਆਂ ਆਈਆਂ ਨੇ, ਤੁਹਾਡੇ ਪੱਲੇ ਕੁਛ ਨਹੀਂ ਆ, ਤੇ ਫਿਰ ਆ ਪੈਸੇ ਨੂੰ ਕੋਈ ਜੱਫੀ ਪਾਉਂਦੇ ਜੇ, ਲੋਕਾਂ ਦਾ ਚੜਾਵਾ ਕੀ ਕਰਦੇ ਜੇ ਫਿਰ? ਬਿਲਕੁਲ ਸਹੀ ਗੱਲ ਹੈ। ਇੱਥੇ ਤੇ ਵਿਚਾਰ ਸਾਡੀ ਹੈ, ਉਹ ਤੇ ਦੇਖੋ ਇੱਕ ਚੀਜ਼ ਨੂੰ ਆਪ ਸਮਝਣ ਦੀ ਕੋਸ਼ਿਸ਼ ਕਰੋ। ਪਤਾ ਨਹੀਂ ਮੈਂ ਕਿੱਥੇ ਲਿਖਿਆ ਪੜ੍ਹਿਆ, ਕਹਿੰਦੇ ਖਰੀਦਣ ਵਾਲਾ ਸਿਆਣਾ ਚਾਹੀਦਾ, ਵੇਚਣ ਵਾਲਾ ਤੇ ਆਲਰੇਡੀ ਸਿਆਣਾ ਵਾ। ਵੇਚਣ ਵਾਲਾ ਤਾਂ ਸਿਆਣਾ ਹੈ, ਉਹਨੇ ਤਾਂ ਬੜਾ ਜ਼ਬਰਦਸਤ ਐਡਵਰਟਾਈਜ਼ਮੈਂਟ ਕੀਤਾ ਹੋਇਆ। ਇਹ ਵੀਰ ਜੀ ਲਾਅ ਦੀ ਇਹ ਕਲੌਜ਼ ਹੈ, ਲੈਟ ਬਾਇਰਸ ਬਿਵੇਅਰ, ਇਹ ਉਹਦੀ ਕਲੌਜ਼ ਹੈ ਲਾਅ ਦੇ ਅੰਦਰ। ਜਿਹੜਾ ਟਰਾਂਸਫਰ ਆਫ ਪ੍ਰਾਪਰਟੀ ਐਕਟ ਹੈ ਉਹਦੇ ਵਿੱਚ ਇਹ ਕਲੌਜ਼ ਹੈ ਕਿ ਖਰੀਦਣ ਵਾਲਾ ਜ਼ਿੰਮੇਵਾਰ ਹੈ ਉਹਦੀ ਚੀਜ਼ ਦੀ ਪਰਖ ਕਰੇ ਵੀ ਉਹ ਚੰਗੀ ਚੀਜ਼ ਹੈ ਮਾੜੀ ਚੀਜ਼ ਹੈ, ਜਾਂ ਉਹਦੇ ਰਾਈਟ ਹੈਗੇ ਕਿ ਨਹੀਂ ਹੈਗੇ। ਇਹ ਇੰਡੀਅਨ ਲਾਅ ਟਰਾਂਸਫਰ ਆਫ ਪ੍ਰਾਪਰਟੀ ਐਕਟ 1882 ਦੇ ਵਿੱਚ ਇੱਕ ਇਹ ਮਤਲਬ ਕਲੌਜ਼ ਹੈ ਉਹਦੀ। ਇਹ ਇਹਨਾਂ ਨੇ ਨਾ ਇਹ ਸਾਡੇ ਡਿਪਾਰਟਮੈਂਟ ਦੇ ਵਿੱਚ ਸੀਗੇ, ਮੇਰੀ ਪੋਸਟ 'ਤੇ ਹੀ ਸੀਗੇ। ਇਹਨਾਂ ਨੇ ਜਿਹੜਾ ਹੈਗਾ ਬਾਅਦ ਵਿੱਚ ਲਾ ਵੀ ਕੀਤਾ ਹੈ ਭਾਈ, ਪ੍ਰੈਕਟਿਸ ਵੀ ਕਰਦੇ ਰਹੇ ਉੱਥੇ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ, ਸੁਖਵਿੰਦਰ। ਤੇ ਉਹ ਕਹਿੰਦੇ ਆ ਇਹਦੇ ਵੇਚਣ ਵਾਲਾ ਤੇ ਉਧਰ ਹੀ ਚਲਾ ਕੇ ਆਓ। ਕਹਿੰਦਾ ਸਿਆਣਾ ਜਿਹੜਾ ਉਹ ਬੰਦਾ ਚਾਹੀਦਾ, ਗਾਹਕ ਜਿਹਨੇ ਖਰੀਦਣਾ।
ਬਿਲਕੁਲ ਹੁਣ ਇੱਥੇ ਸੰਸਾਰਕ ਚੀਜ਼ ਨੂੰ ਤੁਸੀਂ ਗਲਤ ਫਾਲਤੂ ਚੀਜ਼ ਖਰੀਦਦੇ ਹੋ। ਕਿਹੜਾ ਬੇਵਕੂਫ ਆ ਜਿਹਨੇ ਵੇਚੀ ਆ? ਨਹੀਂ, ਬੇਵਕੂਫ ਉਹ ਜਿਹਨੇ ਖਰੀਦੀ ਹੈ, ਵੱਡਾ ਬੇਵਕੂਫ। ਅਗਲੇ ਨੇ ਦਿਖਾਇਆ ਤੁਹਾਨੂੰ ਕੁਝ ਹੋਰ, ਤੁਹਾਨੂੰ ਵੇਚ ਕੁਝ ਹੋਰ ਦਿੱਤਾ। ਬੰਬੇ ਏਦਾਂ ਹੀ ਕਰਦੇ ਸੀ, ਦਿਖਾ ਤੁਹਾਨੂੰ ਮੋਬਾਈਲ ਦੇਣਾ, ਪਾ ਉਹਨਾਂ ਸਾਬਣ ਦੇਣਾ ਵਿੱਚ, ਬੰਬੇ ਬੀਟੀ ਸਾਈਡ ਤੇ ਆਪ ਜਾਓ। ਬਥੇਰੇ ਲੋਕ ਚਾਲ ਪਾ, ਬਹੁਤ ਚਲਾਕ ਇਨਸਾਨ, ਬਹੁਤ ਚਲਾਕ ਹੈ। ਚਲਾਕ ਨਹੀਂ ਕਹਿ ਸਕਦਾ, ਘਟੀਆ, ਘਟੀਆ ਬੁੱਧੀ, ਬਹੁਤ ਘਟੀਆ। ਜੋ ਪੈਸੇ ਵੀ ਲੈਣਾ ਚਾਹੁੰਦਾ, ਦੇਣਾ ਕੁਛ ਵੀ ਨਹੀਂ ਚਾਹੁੰਦਾ, ਉਹ ਪੱਲੇ ਵੀ ਕੁਛ ਨਹੀਂ ਹੈਗਾ। ਹੁਣ ਇੱਥੇ ਕਹਿੰਦੇ ਨੇ ਰਾਮ ਨਾਮ ਰਸ ਚਾਖਿਆ, ਹਰ ਨਾਮ ਹਰ ਨਾਮਾ ਹਰ ਤਾਰ। ਹਾਂ, ਤੇ ਵੇਖੋ ਜੇ ਉਹਨੂੰ ਰਾਮ ਨੂੰ, ਅਸਲੀ ਨਾਮ ਨੂੰ ਤੁਸੀਂ ਚੱਖਿਆ ਤੇ ਇਹਨੇ ਤੁਹਾਨੂੰ ਤਾਰਨਾ ਵਾ। ਹਾਂ, ਹਰੇਕ ਨੂੰ ਤਾਰ ਦੇਣਾ। ਜਿਹੜਾ ਵੀ ਰਾਮ ਨਾਮ ਦੇ ਰਸ ਨੂੰ ਚੱਖੂਗਾ, ਹਰੇਕ ਨੂੰ ਤਾਰ ਦੇਣਾ ਇਹਨੇ ਤਾਂ ਬਾਈ, ਜਿਹੜਾ ਵੀ ਲੱਗੂਗਾ। ਅਗਲੀ ਤੁਕ ਚ ਨਾ ਕਲੀਅਰ ਕਰਨਾ, ਠੀਕ? ਇਹਦੇ ਵਿੱਚ ਇਹ ਚੀਜ਼ ਨੂੰ ਆਪ ਸਮਝੋ, ਰਾਮ ਨਾਮ ਚਾਖਿਆ, ਹਾਂ, ਹਰ ਨਾਮਾ ਹਰ ਤਾਰ। ਹੁਣ ਗੋਰਖੀ ਸਾਹਿਬ ਇੱਕ ਚੀਜ਼ ਦੇਖੋ, ਇੱਕ ਬਈ ਹੁਣ ਜਿਹੜਾ ਹੈਗਾ ਪਾਰਸ ਹੈਗਾ, ਪਾਰਸ ਜਿਹੜਾ ਹੈਗਾ ਉਹ ਕਹੂਗਾ ਵੀ ਇਹ ਜਿਹੜਾ ਹੈਗਾ ਆਹ ਲੋਹਾ ਮੈਂ ਨਹੀਂ, ਜਿਹੜਾ ਇਹ ਲੋਹਾ ਜਿਹੜਾ ਗੰਦਾ ਜਿਹਾ ਲੋਹਾ, ਇਹਨੂੰ ਮੈਂ ਸੋਨਾ ਨਹੀਂ ਬਣਾਉਂਦਾ, ਆਹ ਵਧੀਆ ਲੋਹਾ, ਇਹਨੂੰ ਮੈਂ ਸੋਨਾ ਬਣਾ ਦਿੰਦਾ। ਇਹ ਪਾਰਸ ਕਹੂਗਾ ਇਹ ਚੀਜ਼। ਇਹ ਗੱਲ ਵੇਖ ਲਓ। ਹੁਣ ਅਗਲੀ ਤੁਕ ਚ ਵੇਖ ਲਓ, ਉਤਲੀ ਤੁਕ ਨੂੰ ਨਾਲ ਹੀ ਸਿੱਧਾ ਕਰ ਦਿੰਦੇ। ਕਹਿੰਦੇ ਕਹਿ ਕਬੀਰ ਕੰਚਨ ਪਿਆ, ਕਬੀਰ ਪਿਆ, ਕੰਚਨ ਪਿਆ। ਪਹਿਲੇ ਕਹਿੰਦੇ ਕਬੀਰ ਜੀ ਕਹਿੰਦੇ ਆ ਕਿ ਜਿੱਦਾਂ ਤੂੰ ਰਸ ਨੂੰ ਚੱਖ ਲਿਆ, ਸਭ ਤੋਂ ਪਹਿਲੀ ਨਿਸ਼ਾਨੀ ਕੀ ਹੋਊਗੀ? ਤੂੰ ਕੰਚਨ ਹੋ ਜਾਏਗਾ, ਸੋਹਣਾ ਹੋ ਜਾਏਗਾ। ਕਿਹੜਾ? 24 ਕੈਰਟ ਦਾ ਸੋਨਾ। ਬਿਲਕੁਲ। ਤੇ ਜੇ ਹਜੇ ਪਿੱਤਲ ਤੁਰਿਆ ਫਿਰਦਾ, ਲੋਹਾ ਨਿਕਲਿਆ ਆਉਂਦੇ ਅੰਦਰੋਂ, ਇਹਦਾ ਮਤਲਬ ਤੂੰ ਇਹ ਚੱਖਿਆ ਨਹੀਂ ਆ। ਬੇਵਕੂਫ ਬਣਾਉਂਦੇ ਕਿਹਨੂੰ? ਆਪਣੇ ਆਪ ਨੂੰ। ਖੁਦ ਡੋਬ ਰਹੇ ਨੇ, ਬਿਲਕੁਲ, ਪਰ ਕਈਆਂ ਨੂੰ ਹੋਰ ਵੀ ਡੋਬ ਰਹੇ ਨੇ। ਫਿਰ ਅਗਲੇ ਬਣੇ ਕਹਿੰਦੇ ਆ ਕਿ ਹਰ ਨਾ, ਫਿਰ ਕਹਿੰਦੇ ਆ ਕਹੋ ਕਬੀਰ ਕੰਚਨ ਪਿਆ ਭਰਮ ਗਿਆ। ਫਿਰ ਕਹਿੰਦੇ ਆ ਫਿਰ ਕੀ ਹੋਊਗਾ? ਪਹਿਲਾਂ ਤੂੰ ਕੰਚਨ ਹੋ ਜਾਏਗਾ, 24 ਕੈਰਟ ਦਾ ਸੋਨਾ ਹੋ ਜਾਏਗਾ, ਤੇਰੇ ਅੰਦਰ ਅਗਿਆਨ ਖਤਮ ਹੋ ਜਾਊਗਾ, ਅਵਿਦਿਆ ਖਤਮ ਹੋ ਜਾਊਗੀ, ਗਿਆਨ ਪ੍ਰਗਟ ਹੋ ਜਾਊਗਾ। ਕਹਿੰਦੇ ਭਰਮ ਗਿਆ। ਫਿਰ ਤੂੰ ਭਰਮ ਤੋਂ ਮੁਕਤ ਹੋ ਜਾਏਗਾ। ਇਹ ਜਿਹੜਾ ਤੂੰ ਕਰਮ ਕਾਂਡ ਕਰਦਾ ਫਿਰਦਾ, ਨਾਟਕ ਕਰਦਾ ਫਿਰਦਾ, ਇਹ ਤੋਂ ਮੁਕਤ ਹੋ ਜਾਏਗਾ। ਜਿਹੜਾ ਦਿਖਾਵੇ ਬਾਜੀ ਕਰ ਰਿਹਾ ਨਾ, ਕੋਈ ਛੱਡ ਦੇਗਾ। ਡਾਕਟਰ ਦਿਖਾਉਂਦਾ ਤੁਹਾਨੂੰ ਕਿ ਮੈਂ ਡਾਕਟਰ ਹੈਗਾ, ਉਹ ਤੇ ਆਮ ਹੀ ਬੈਠਾ। ਪਰ ਜਿਹੜਾ ਮੇਰੇ ਦਾ ਕੰਪਿਊਟਰ ਹੁੰਦਾ, ਕਿੱਦਾਂ ਡਰੈਸ ਪਾ ਕੇ ਪੂਰੇ ਵਾਈਟ ਕਲਰ ਦੇ ਤੇ ਪੂਰਾ ਤਿਆਰੀ ਕਰਕੇ ਬੈਠਾ ਕਿ ਮੈਂ ਕਿਸੇ ਤਰੀਕੇ ਨਾਲ ਡਾਕਟਰ ਲੱਗਾ। ਜਿਹਦੇ ਕੋਲ ਹੈਗਾ ਉਹਨੂੰ ਕੋਈ ਦਿਖਾਵੇ ਦੀ ਲੋੜ ਹੈ, ਉਹ ਤੇ ਸ਼ਾਂਤੀ ਨਾਲ ਬੈਠਾ। ਫਿਰ ਕਹਿੰਦੇ ਆ ਭਰਮ ਗਿਆ ਸਮੁੰਦਰ ਪਾਰ। ਬਸ ਜਦੋਂ ਤੇਰਾ ਭਰਮ ਲੰਘ ਗਿਆ, ਖਤਮ ਹੋ ਗਿਆ, ਤੇ ਫਿਰ ਤੂੰ ਸਮੁੰਦਰ ਭਵ ਸਾਗਰ ਤੋਂ ਪਾਰ ਹੋ ਜਾਣਾ। ਠੀਕ ਹੈ ਨਾ ਚਾਹ ਸਾਹਿਬ? ਬਿਲਕੁਲ, ਬਹੁਤ ਵਧੀਆ ਗੋਰਖੀ ਸਾਹਿਬ, ਬਹੁਤ ਵਧੀਆ। ਹਾਂ, ਇਹਦੇ ਵਿੱਚ ਕੋਈ ਦੂਜੀ ਗੱਲ ਨਹੀਂ ਹੈ। ਜਦੋਂ ਤੈਰਨਾ ਆ ਗਿਆ, ਫਿਰ ਤੂੰ ਸਮੁੰਦਰ ਥੋੜੀ ਡੁੱਬਣਾ। ਪਰ ਇੱਕ ਗੱਲ ਯਾਦ ਰੱਖੀ, ਜਿੰਨਾ ਚਿਰ ਤੂੰ ਚੱਖਦਾ ਨਹੀਂ ਹੈ ਤੇ ਮੈਂ ਆਪਣੇ ਆਪ ਨੂੰ ਧੋਖਾ ਨਾ ਦੇਈ ਜਾ। ਅੱਖਾਂ ਬੰਦ ਕਰ ਕਰਕੇ ਉਹ ਵੇਚਣ ਵਾਲੇ ਬੈਠੇ ਆ। ਬਾਕੀ ਹੁਣ ਸ਼ਿਕਾਰੀ ਹੈ, ਸ਼ਿਕਾਰੀ ਕਹੀ ਜਾਵੇ। ਉੱਥੇ ਭੇਡਾਂ ਬੱਕਰੀਆਂ ਨੂੰ ਤੁਹਾਡੀ ਉਹ ਬੜੀ ਹੋਊਗੀ ਸੇਵਾ ਪਾਣੀ। ਆ ਜਾਓ, ਤੁਹਾਨੂੰ ਕੰਬਲ ਦੇਵਾਂਗੇ, ਆਪਣੀ ਉੱਨ ਲਵਾ ਦਿਓ। ਤੇ ਫਿਰ ਭੇਡਾਂ ਚ ਬੇਵਕੂਫੀ ਹੈ ਨਾ, ਜਿਹੜੀ ਉੱਨ ਲਵਾਉਣਗੀਆਂ, ਕਿਉਂਕਿ ਮੁੜ ਕੇ ਕੰਬਲ ਕਿੱਥੋਂ ਮਿਲਣਾ? ਕੰਬਲ ਤੇ ਦੇਣਾ ਹੀ ਨਹੀਂ। ਉਹਨੇ ਵੇਖੋ ਆਪਣੀ ਸਰਕਾਰਾਂ ਨੇ ਪਹਿਲਾਂ 105 ਰੁਪਏ ਤੇਲ ਕਰਤਾ। ਹੁਣ ਇੱਥੇ ਆਪਣੇ ਅੰਮ੍ਰਿਤਸਰ ਸਟਿੱਕਰ ਲਾ ਛੱਡੇ ਆ, ਇਹ 10 ਤੇਲ 12 ਰੁਪਏ ਸਸਤਾ, ਸਭ ਤੋਂ ਸਸਤਾ ਤੇਲ। ਦੋਨੋਂ ਜਫਾ। ਹੁਣ ਪਤਾ ਕੀ, ਮੈਂ ਨਾ ਇੱਥੇ ਪਤਾ ਨੀ ਕਿੱਥੇ ਪੜ੍ਹਦੇ ਹਾਂ, ਪਤਾ ਨੀ ਵੀਡੀਓ ਪੜ੍ਹਦੇ, ਕਹਿੰਦਾ ਸਰ ਮੈਂ ਲੀਡਰ ਬਣਾਂਗਾ ਤੇ ਮੈਂ ਸਭ ਕੁਝ ਸਸਤਾ ਕਰ ਦਾਂਗਾ। ਉਹ ਕਹਿੰਦਾ ਤੇਰੇ ਦਿਮਾਗ ਚ ਨੁਕਸ ਪੈ ਗਿਆ, ਤੂੰ ਕਿੱਦਾਂ ਸਸਤਾ ਕਰ ਦੇਂਗਾ? ਕਹਿੰਦਾ ਸਰ ਮੈਂ ਲੋਕਾਂ ਦਾ ਭਲਾ ਕਰਾਂਗਾ। ਉਹ ਕਹਿੰਦਾ ਸਸਤਾ ਨਹੀਂ ਕਰਨਾ, ਪਹਿਲਾਂ 50 ਰੁਪਏ ਦੀ ਚੀਜ਼ 100 ਰੁਪਏ ਦੀ ਕਰਨੀ ਆ ਤੂੰ, ਫਿਰ ਸਸਤੀ ਕਰਨੀ ਆ। ਠੀਕ ਆ। ਕਹਿੰਦਾ ਫਿਰ ਕਹਿੰਦਾ 75 ਦੀ ਕਰਦੇ, ਲੋਕਾਂ ਚ ਹੀ ਖੁਸ਼ ਹੋ ਜਾਣਾ। ਹੁਣ ਸਰਕਾਰ ਬੁੜਕਣ ਵਾਲੀ ਆ ਤੇ ਉਹ ਕਹਿੰਦੇ ਤੁਹਾਨੂੰ ਸਭ ਤੋਂ ਸਸਤੀ ਬਿਜਲੀ। ਬੰਦਾ ਪੁੱਛੇ ਮਹੀਨੇ ਚ ਕੀ ਮਾਂ ਦਾ ਸਿਰ ਆ, ਬਿੱਲ ਤੇ ਉੱਡੇ ਆ ਗਏ। ਸਸਤੀ ਕਿੱਥੇ ਹੋਈ ਆ? ਬਿੱਲ ਤੇ ਉਨੇ ਆ ਗਏ ਆ। ਪਰ ਲੋਕੀ ਇਹਨਾਂ ਚੀਜ਼ਾਂ ਚ ਵਿਸ਼ਵਾਸ ਕਰਦੇ। ਲੋਕਾਂ ਅੱਖਾਂ ਬੰਦ ਕਰਕੇ ਵੋਟਾਂ ਪਾ ਦੇਣੀਆਂ। ਲੋਕਾਂ ਨੇ ਕਹਿਣਾ ਵੈਰੀ ਗੁੱਡ, ਵੈਰੀ ਗੁੱਡ, ਸਸਤੀ ਬਿਜਲੀ ਕਰਤੀ। ਉਹ ਗੱਲ ਤੇ ਉਹੀ ਆ, ਲੌਜਿਕ ਨਹੀਂ ਹੈਗਾ। ਕੋਈ ਲੀਗਲੀ ਤੁਹਾਡੇ ਕੋਲ ਡਾਕੂਮੈਂਟ ਆਇਆ ਕਿਸੇ ਕੋ ਕਿ ਅੱਜ ਥੱਲੇ ਸਾਈਨ ਕੀਤੇ ਹੋਏ ਨੇ ਕਿਸੇ ਨੇ ਕਿ ਇੰਨੀ ਦੀ ਯੂਨਿਟ ਹੋ ਗਈ? ਕੋਈ ਲਿਖਿਆ ਨਹੀਂ, ਕੇਵਲ ਗੱਲਾਂ।
ਆ ਮਾਫ ਹੋ ਗਿਆ, ਆ ਮਾਫ ਹੋ ਗਿਆ। ਕਿਹਦਾ ਮਾਫ ਹੋਇਆ? ਕੋਈ ਲਿਸਟ ਕੋਈ ਕੱਢੀ ਕਿ ਆ ਫਲਾਣੇ ਫਲਾਣੇ ਚ ਪਿੰਡ ਚ ਇੰਨੇ ਬੰਦੇ ਸੀ, ਇਹਨਾਂ ਦਾ ਆ ਕਰਜ਼ਾ ਮਾਫ ਹੋ ਗਿਆ। ਆਪ ਗੁਰਦੁਆਰੇ ਜਾ ਕੇ ਪੁੱਛੋ ਕਿ ਇਹਨਾਂ ਨੂੰ ਪੁੱਛੋ ਕਿ ਜਿਹੜਾ ਪੈਸਾ ਤੁਸੀਂ ਹਰ ਸਾਲ ਜਿਹੜਾ ਪਤਾ ਨਹੀਂ ਕਿੰਨੇ 100 ਕਰੋੜ ਰੁਪਈਆ ਜਿਹੜਾ ਜਾ ਰਿਹਾ ਵਾ, ਤੁਸੀਂ ਸਾਨੂੰ ਪਲੀਜ਼ ਦੱਸੋ ਉਹ ਪੈਸਾ ਕਿੱਥੇ ਜਾ ਰਿਹਾ, ਤੁਸੀਂ ਕਿੱਥੇ ਖਰਚਾ। ਔਰ ਐਕਚੁਅਲੀ ਗੁਰਕੀ ਸਾਹਿਬ ਉਹ ਪੈਸਾ ਜਿਹੜਾ ਹੈਗਾ ਆਪਣਾ ਹੀ ਹੈਗਾ, ਸੰਗਤ ਦਾ ਪੈਸਾ ਹੈਗਾ, ਉਹ ਸੰਗਤ ਦਾ ਪੈਸਾ ਹੈਗਾ। ਆਵਰ ਮਨੀ देयर ਚੋਇਸ, ਬਸ ਇੰਨੀ ਕੀ ਗੱਲ ਹੈ, ਆਵਰ ਮਨੀ देयर ਚੋਇਸ। ਆ ਤੁਸੀਂ ਦੇਖੋ, ਔਰ ਫਿਰ ਤੁਸੀਂ ਰੌਲਾ ਪਾਈ ਜਾਂਦੇ ਜੋ ਪ੍ਰਾਈਵੇਟ ਸਕੂਲ ਪਰ ਆ ਰਹੇ ਆ, ਅਸੀਂ ਪਤਾ ਨਹੀਂ ਸਾਡੇ ਬੱਚੇ ਪੜਾਉਣੇ ਔਖੇ। ਪਹਿਲੀ ਗੱਲ, ਤੁਸੀਂ ਇਲਾਜ ਕਰਾਉਣ ਦੇ ਲਈ ਜਿੱਥੇ ਆਮ ਪਰੇਸ਼ਾਨ ਹੋ ਰਹੇ ਜੋ, ਉੱਥੇ ਤੇ ਪੰਜਾਬ 'ਚ ਤੇ ਕਿਸੇ ਨੂੰ ਲੋੜ ਹੀ ਨਹੀਂ ਬਾਹਰੋਂ ਧੱਕੇ ਖਾਣ ਦੀ ਪ੍ਰਾਈਵੇਟ ਸਕੂਲਾਂ 'ਚ ਪੜਾਉਣ ਦੀ। ਇੰਨਾ ਆਪਣੇ SGPC ਕੋਲ ਇੰਨਾ ਪੈਸਾ, ਇੰਨਾ ਕੋ ਪੈਸਾ, ਕਾਲਜ ਯੂਨੀਵਰਸਿਟੀ ਕਿਉਂ ਨਹੀਂ ਬਣਾਉਂਦੇ? ਜੇ ਬਣਾਉਂਦੇ ਵੀ ਆ ਤੇ ਉੱਥੇ ਵੇਖੋ ਆ ਡੈਂਟਿਸਟ ਕਾਲਜ ਹੈਗਾ, 20-22 ਲੱਖ ਰੁਪਏ ਦੇ ਲੈ ਲੈਂਦੇ ਇੱਕ ਸੀਟ ਦਾ। ਬਿਲਕੁਲ ਲੈ ਲੈਂਦੇ ਆ, ਬਿਲਕੁਲ ਲੈ ਲੈਂਦੇ ਆ। ਗੋਰਖ ਸਾਹਿਬ ਮੇਰੀ ਬੇਟੀ ਦਾ ਵੀ ਨੰਬਰ ਆ ਗਿਆ ਸੀਗਾ, ਉਹ 100 ਆ ਗਏ ਸੀਗੇ, ਪਤਾ ਨਹੀਂ ਉਹਦੇ ਇੱਕ ਅੱਧਾ ਨੰਬਰ ਘੱਟ ਰਹਿੰਦਾ ਸੀਗਾ, ਉਹਨੇ ਐਡਮਿਸ਼ਨ ਹੋ ਜਾਣਾ ਸੀ ਉੱਥੇ। ਹਾਂ ਤੇ ਉਹਦੇ ਵਿੱਚ ਵੇਖੋ ਇਹਨਾਂ ਨੇ ਤਾਂ ਹੀ ਕਰਨਾ ਹੁੰਦਾ। ਉਹ ਨਿੱਜਰ ਸਾਹਿਬ ਇਹ ਪਤਾ ਕੀ ਆ ਕਿ ਇਹ ਦੇਖੋ ਇਹ ਜਿਹੜਾ ਇਹਨਾਂ ਦਾ ਮਨ ਹੈ ਨਾ, ਮਨ ਗੰਦਾ ਹੋ ਗਿਆ। ਬਿਲਕੁਲ ਇਹਨਾਂ ਨੂੰ ਆਪਣੀ ਕੌਮ ਦੇ ਨਾਲ ਕੋਈ ਪਿਆਰ ਨਹੀਂ ਹੈ। ਗੁਰੂ ਗੋਬਿੰਦ ਸਿੰਘ ਨੇ ਜਿਹੜਾ ਕਨਸੈਪਟ ਸਟੇਬਲ ਕੀਤਾ ਸੀ ਨਾ, ਉਹਨਾਂ ਨੇ ਕੀਤਾ ਸੀ ਕਿ ਆਪਣਾ ਪਰਿਵਾਰ ਵਾਰ ਕੇ ਇੱਕ ਕੌਮ ਨੂੰ ਤਿਆਰ ਕੀਤਾ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਿਆਹਾਂ ਦਾ ਲੰਗਰ ਲਾਇਆ। ਇਹਨਾਂ ਤੁਹਾਡੇ ਪਿਆਹਾਂ ਦਾ ਨਹੀਂ ਲਾਉਣਾ, ਤੁਹਾਡੇ ਪਿਆਹਾਂ ਦਾ ਹੀ ਨਾ ਆਪ ਖਾ ਜਨੇ ਲੰਗਰ ਤੇ ਨਾਲ ਕਿਸੇ ਕੋਲ ਲਵਾ ਲੈਣਾ ਥੋੜੇ ਪੈਸੇ ਦੇ ਕੇ। ਆਪ ਪਲੀਜ਼ ਨੋਟਿਸ ਕੀਤਾ, ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਿਓ ਤੋਂ ਪੈਸੇ ਲਏ, ਉਹਨਾਂ ਪਿਆਹਾਂ ਦਾ ਲੰਗਰ ਲਾਇਆ। ਇਹਨਾਂ ਤੁਹਾਡੇ ਪਿਆਹਾਂ ਦਾ ਲੰਗਰ ਨਹੀਂ ਲਾਉਣਾ। ਤੁਹਾਡੇ ਪੈਸੇ ਲੈ ਕੇ ਨਾ, ਆਪਣੇ ਪੈਸੇ ਲੈ ਕੇ ਇਹਨਾਂ ਨੇ ਆਪਣੀਆਂ ਹੀ ਜੜ੍ਹਾਂ ਵੱਢ ਦੇਣੀਆਂ ਬਸ। ਕਿੱਥੇ ਲੈ ਜਾਣਾ ਵਿਚਾਰਿਆਂ ਲੋਕਾਂ ਨੂੰ। ਹਾਥੀ ਕੇ दांत, ਡੈਡੀ ਕਹਿੰਦਾ ਹੁੰਦਾ ਹੈ, ਹਾਥੀ ਕੇ दांत ਖਾਣੇ ਕੀ ਔਰ ਦਿਖਾਣੇ ਕੀ ਔਰ। ਖਾਣੇ ਕੀ ਔਰ ਇਹ ਦੰਦ ਦਿਖਾ ਕੇ ਬਸ ਕਹੀ ਜਾਂਦੇ ਤੁਹਾਨੂੰ ਦਸਵੰਧ ਦੇ ਦਿਓ, ਦਸਵੰਧ ਦੇ ਦਿਓ। ਦਸਵੰਧ ਉੱਥੇ ਪੈਸੇ ਦੀ ਗੱਲ ਨਹੀਂ ਹੋਈ ਸੀ। ਦਸਵੰਧ ਦਾ ਮਤਲਬ ਇਹ ਸੀ ਤੁਸੀਂ ਆਪਣੇ ਜੀਵਨ ਦੇ ਟਾਈਮ ਦਾ ਦਸਵੰਧ ਕੱਢਣਾ। 24 ਘੰਟਿਆਂ ਚ ਕੋਈ ਦਸਵੰਧ ਕੱਢੋ ਆਪਣੇ ਪਰਮਾਤਮਾ ਦੇ ਨਾਲ ਸੰਬੰਧ ਜੋੜਨ ਦਾ। ਅੱਖਾਂ ਬੰਦ ਕਰਕੇ ਅੰਦਰ ਧਿਆਨ ਹੋਵੋ ਕਿ ਵੇਖੋ ਕਿਹੜਾ ਗੰਦ ਉੱਡ ਰਿਹਾ ਅੰਦਰ, ਤੇ ਜੇ ਉੱਡ ਰਿਹਾ ਤੇ ਉਹਨੂੰ ਉੱਥੇ ਵਿਚਾਰਾਂ ਨੂੰ ਖਤਮ ਕੀਤਾ ਜਾਵੇ, ਭਗਤੀ ਦੀ ਮਦਦ ਲਈ ਜਾਵੇ। ਅੱਜ ਦੀ ਵਿਚਾਰ ਇੱਥੇ ਨੀਚੇ ਸਾਹਿਬ ਸਮਾਪਤ ਕਰਦੇ। ਹਾਂਜੀ ਬਿਲਕੁਲ, ਬਹੁਤ ਵਧੀਆ ਜੀ। ਅਸੀਂ ਫਿਰ ਵੀ ਜਿਹੜੇ ਹੈਗੇ ਕੋਈ ਜਿਹੜਾ ਹੈਗਾ ਐਸਾ ਸ਼ਬਦ ਬੋਲਿਆ ਗਿਆ ਜਿਹਦੇ ਨਾਲ ਕਿ ਕਿਸੇ ਦਾ ਹਿਰਦਾ ਵਿੰਨਿਆ ਗਿਆ ਜਾਂ ਕਿਸੇ ਨੂੰ ਚੋਟ ਪਹੁੰਚੀ ਹੋਏ, ਤੇ ਉਹ ਸਾਡਾ ਆਪਣਾ ਪਰਸਨਲ ਜਿਹੜਾ ਹੈ ਵੀ ਉਹ ਹੈਗਾ, ਤੇ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ। ਪਰ ਇਹ ਹੈਗਾ ਬਈ ਜੇ ਕਿਸੇ ਨੂੰ ਬੂਸਟਅਪ ਆ ਰਿਹਾ ਹੈ, ਜੇ ਜਿਹੜੀਆਂ ਅੱਖਾਂ ਖੁੱਲ ਰਹੀਆਂ ਹੈ, ਤੇ ਫਿਰ ਭਾਈ ਅਸੀਂ ਸਮਝਦੇ ਹਾਂ ਵੀ ਇਹ ਪ੍ਰਯੋਜਨ ਸਫਲ ਹੋਇਆ। ਹਾਂਜੀ ਵੀਰ ਜੀ। ਨਿੱਜਰ ਸਾਹਿਬ ਤੁਸੀਂ ਮੰਗ ਰਹੇ ਹੋ ਮਾਫੀ, ਮੈਂ ਨਹੀਂ ਮੰਗਾਂਗਾ। ਮੈਂ ਤੇ ਕਹਿੰਦਾ ਹਲਚਲ ਹੋ ਗਈ ਤੇ ਚੰਗਾ ਹੋਇਆ, ਬਹੁਤ ਵਧੀਆ। ਡਾਕਟਰ ਜਦੋਂ ਇਲਾਜ ਕਰਦਾ ਨਾ ਤੇ ਮਰੀਜ਼ ਦਾ ਦਰਦ ਵੀ ਹੁੰਦਾ, ਉਹਨੂੰ ਟੀਕਾ ਲਾਉਂਦਾ, ਉਹਨੂੰ ਸਟਿਚ ਲਾਉਂਦਾ, ਫਾਲਤੂ ਚੀਜ਼ ਉਹਦੇ ਸਰੀਰ ਤੋਂ ਅਲੱਗ ਕਰਦਾ, ਫਿਰ ਉਹ ਮਾਫੀ ਨਹੀਂ ਮੰਗਦਾ। ਕਿਉਂ ਨਹੀਂ ਮੰਗਦਾ? ਉਹਨੇ ਦਾ ਭਲਾ ਕੀਤਾ। ਤੇ ਜੇਕਰ ਕੋਈ ਚੀਜ਼ ਤੁਹਾਡੇ ਅੰਦਰ ਹਲਚਲ ਪੈਦਾ ਹੁੰਦੀ ਆ, ਸੰਗਤ ਦਾ ਮਤਲਬ ਵੀ ਆ ਜਦੋਂ ਤੁਸੀਂ ਬਹਿ ਗਏ ਨਾ, ਸੱਪ ਵਾਂਗੂ ਡੰਗ ਵੱਜਣੇ ਆ ਤੁਹਾਨੂੰ। ਉਹ ਅਸਲੀ ਸੰਗਤ ਹੈ। ਤੇ ਜਿਹੜੀ ਤੁਹਾਡੀ ਬੇਹੋਸ਼ੀ ਨੂੰ ਹੋਰ ਕਹਿੰਦੀ ਬੜੀ ਵਧੀਆ, ਸੁੱਤਾ ਰਿਹਾ, ਅੱਖਾਂ ਤੇ ਪੱਟੀ ਬੰਨ ਦਿੰਦੇ ਆ, ਪੱਖਾ ਚਲਾ ਦਿੰਦੇ, AC ਚੜ ਦਿੰਦੇ ਆ, ਉਹ ਤਾਂ ਸੰਗਤ ਕਿਸੇ ਕੰਮ ਦੀ ਨਹੀਂ ਹੈ, ਯੂਜ਼ਲੈਸ ਆ। ਸੰਗਤ ਉਹਨੂੰ ਕਹਿੰਦੇ ਜਿਹਦੇ ਲਾਗੇ ਬਹਿਣ ਦੇ ਨਾਲ ਤਾਰਾ ਹਿੱਲਣ ਡਿਆ ਵਾ ਤੁਹਾਡੇ ਅੰਦਰ। ਬਿਲਕੁਲ ਉਹ ਵੀ ਚੀਜ਼ਾਂ ਹਿੱਲਣ ਜਿਹੜੀਆਂ ਤੁਹਾਡੇ ਭਰਮ, ਤੁਹਾਡਾ ਅਗਿਆਨ, ਜਿਹੜਾ ਤੁਹਾਡਾ ਗਿਆਨ ਖੋਣ ਡੈ ਪਏ, ਤੁਹਾਡੀ ਪਲੰਗ ਦੇ ਪਾਵੇ ਖਿੱਚੀ ਜਾਵੇ ਤੇ ਤੁਹਾਡੇ ਭਾਰੀ ਬਣ ਜੇ ਕਿ ਇਹ ਕੀ ਹੋਏ, ਆੜਾ ਮੈਨਾਂ ਕੁਝ ਇਕੱਠਾ ਕੀਤਾ, ਹੀ ਕਿੱਧਰ ਚੱਲਿਆ, ਇਹ ਤੇ ਖਿੱਚ ਕੇ ਸਾਈਡ ਤੇ ਰੱਖ ਅਗਲਿਆ। ਮੇਰਾ ਬਾਣੀ ਏਦਾਂ ਹੀ ਕਰਦੀ ਆ। ਜਨਮਾਂ ਦਾ ਮੇਰਾ ਗਿਆਨ ਜਿਹੜਾ ਹੈਗਾ ਉਹ ਜ਼ੀਰੋ ਕਰਤਾ। ਹਾਂ ਨਾ, ਖੋਹ ਲੈਣਾ ਤੁਹਾਡੇ ਕੋਲ ਸਾਰਾ ਨਕਲੀ ਗਿਆਨ, ਖੋਹ ਲੈਣਾ। ਠੀਕ ਹੈ ਜੀ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੀ। ਪਰਮਾਤਮਾ ਭਲੀ ਕਰੇ, ਤੁਸੀਂ ਇਸ ਚੀਜ਼ ਨੂੰ ਸਮਝ ਲਓ, ਆਪਣੇ ਜੀਵਨ ਨੂੰ ਸਫਲ ਕਰੋ। ਬਾਣੀ ਤੇ ਇਹੋ ਕੁਝ ਕਹਿ ਰਹੀ। ਬਾਣੀ ਤੇ ਬਹੁਤ ਸਖਤ ਉਚਾਰਨ ਕੀਤੀ ਉਹਨਾਂ ਨੇ, ਬਹੁਤ ਜ਼ਿਆਦਾ ਸਖਤ, ਇੰਨੀ ਸਖਤ ਬਾਣੀ। ਹਾਂਜੀ ਸਰ ਜੀ। ਗੁਰਕੀ ਸਾਹਿਬ।
ਹਾਂਜੀ ਬੋਲੋ ਇਕਬਾਲ ਜੀ। ਹਾਂਜੀ ਗੁਰਕੀ ਸਾਹਿਬ, ਜਦੋਂ ਮੈਂ ਬੈਠਦਾ ਨਾ ਆਪਣੇ ਸਾਧਨਾ ਦੇ ਵਿੱਚ ਤੇ ਵਾਹਿਗੁਰੂ ਦਾ ਜਾਪ ਕਰੀਦਾ ਤੇ ਆਵਾਸੀਆਂ ਬੜੀਆਂ ਆਉਂਦੀਆਂ ਨੇ ਤੇ ਅੱਖਾਂ ਚੋਂ ਪਾਣੀ ਬਹੁਤ ਵਗਦਾ ਹੈ। ਆਵਾਸੀਆਂ ਕੋਈ ਦਲਿੱਦਰ ਆ ਨਾ। ਹਾਂ, ਵਾਸੀਆਂ ਬਹੁਤ ਵਾਸੀਆਂ ਆਉਂਦੀਆਂ ਨੇ ਤੇ ਅੱਖਾਂ ਚੋਂ ਪਾਣੀ ਆ ਪਰਨਾਲਿਆਂ ਵਾਂਗੂ ਅੱਖਾਂ ਚੋਂ ਪਾਣੀ ਨਿਕਲਦਾ ਜਿਵੇਂ ਪਰਨਾਲਾ ਚੱਲਦਾ। ਹਾਂ, ਅੱਖਾਂ ਚ ਤੇ ਉਹ ਪਾਣੀ ਵਹਿੰਦਾ ਹੈ। ਉਹ ਕਿਉਂਕਿ ਸ਼ੁੱਧੀਕਰਨ ਹੋ ਰਿਹਾ ਤੁਹਾਡੀਆਂ ਅੱਖਾਂ ਦਾ, ਨੇਤਰ ਸ਼ੁੱਧੀਕਰਨ ਕਹਿੰਦੇ ਆਪਾਂ ਇਹਨੂੰ। ਕੋਈ ਗੱਲ ਨਹੀਂ, ਹੋ ਜੂ। ਮੈਂ ਅਰਦਾਸ ਕਰਦਾ ਅੱਜ ਤੁਹਾਡੀ ਤੇ ਤੁਹਾਨੂੰ ਉਬਾਸੀਆਂ ਨਹੀਂ ਆਉਣ। ਠੀਕ ਹੈ ਸਰ, ਬਹੁਤ ਬਹੁਤ ਮਿਹਰਬਾਨੀ। ਠੀਕ ਹੈ ਨਿਜਰ ਸਾਹਿਬ, ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕਬਾਲ ਜੀ ਮਾਈਕ ਬੰਦ ਕਰ ਦਿਓ। ਇਹ ਮੇਰੇ ਪਿਤਾ ਗਰੀਬ ਨਵਾਜ ਮਿਹਰ ਕਰੋ। ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਨੇ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਭ ਮਾਫ ਕਰੋ ਕਿ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਇਹ ਮੇਰੇ ਮਾਲਿਕ, ਇਹ ਬਾਣੀ ਦਾ ਭਾਵ ਸਾਡੇ ਹਿਰਦੇ ਚ ਵਸਾਉਣਾ, ਸਾਨੂੰ ਸਮੱਤ ਬਖਸ਼ਣੀ। ਮੇਰੇ ਪਿਤਾ ਇਸ ਭਵ ਸਾਗਰ ਤੋਂ ਪਾਰ ਲੰਘਣ ਦੇ ਲਈ ਸਾਡਾ ਮਾਰਗਦਰਸ਼ਨ ਕਰਦੇ। ਮਿਹਰ ਕਰੋ, ਮਿਹਰ ਕਰੋ, ਇਹ ਨਿਰੁਕਤਾ ਬਖਸ਼ੋ। ਮੇਰੇ ਪਿਤਾ ਇੱਕ ਅਰਦਾਸ ਆਈ ਹੈ। ਇੱਕ ਸਰੀਰ ਕਹਿ ਰਹੇ ਨੇ ਬਾਣੀ ਦਾ ਨਾਮ ਜਪਦਿਆਂ ਬਹੁਤ ਜ਼ਿਆਦਾ ਉਦਾਸੀਆਂ ਆਉਂਦੀਆਂ ਨੇ, ਦਲਿੱਦਰ ਬਹੁਤ ਪੈਂਦਾ। ਮੇਰੇ ਪਿਤਾ ਮਿਹਰ ਕਰੋ, ਇਹਨਾਂ ਨੂੰ ਇਸ ਦਲਿੱਦਰ ਤੋਂ ਮੁਕਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੁਣ ਸਾਹ ਸੰਗੀਤ ਵਿੱਚ ਚੁੱਪ ਹੋ ਜਾਓ। ਵਾਹਿਗੁਰੂ ਵਾਹਿਗੁਰੂ